ਗੁਰੂ ਗ੍ਰੰਥ ਦਾ ਖਾਲਸਾ ਪੰਥ ਵਿਸ਼ਵ ਚੇਤਨਾ ਲਹਿਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਸਾਡੇ ਮੁੱਖ ਮਹਿਮਾਨ ਨੇ ਗੁਰਿੰਦਰਪਾਲ ਸਿੰਘ ਜੀ ਧਨੌਲਾ, ਜਿਹੜੇ ਭਾਈ ਗੁਰਬਖਸ਼ ਸਿੰਘ ਵੱਲੋਂ ਆਰੰਭੇ ਸੰਘਰਸ਼ ਨਾਲ ਨਿਰੰਤਰ ਜੁੜੇ ਰਹੇ ਅਤੇ ਬੜੀ ਬੇਬਾਕੀ ਨਾਲ ਉਹਦੇ ਵਿੱਚ ਆਈਆਂ ਹੋਈਆਂ ਕਮਜ਼ੋਰੀਆਂ ਨੂੰ ਪੰਥ ਦੇ ਰੂਬਰੂ ਕਰਦੇ ਰਹੇ ਨੇ। ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਵੀਰ ਜੀ ਗੁਰਵਿੰਦਰਪਾਲ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਬੰਦੀ ਸਿੰਘਾਂ ਦੀ ਰਿਹਾਈ ਖਤਮ ਹੋਣ ਜਾ ਰਹੀ ਹੈ, ਉਸ ਬਾਰੇ ਤੁਸੀਂ ਕੀ ਵਿਸ਼ਲੇਸ਼ਣ ਕਰ ਰਹੇ ਹੋ ਵੀ ਕੀ ਕੁਛ ਹੋਇਆ ਜੀ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਜਿਹੜੀ ਇਹਨੂੰ ਆਪਾਂ ਰਿਹਾਈ ਕਹਿੰਦੇ ਹਾਂ, ਇਹ ਰਿਹਾਈ ਨਹੀਂ ਸੀ, ਇਹ ਪੈਰੋਲ ਸੀ ਔਰ ਇੱਕ ਕਾਨੂੰਨੀ ਪ੍ਰਕਿਰਿਆ ਸੀ। ਕੋਈ ਵੀ ਕੈਦੀ ਜਿਹੜਾ ਜੇਲ੍ਹ ਦੇ ਵਿੱਚ ਬੰਦ ਹੈ ਉਹ ਇਹ ਪੈਰੋਲ ਲੈਣ ਦਾ ਹੱਕ ਰੱਖਦਾ। ਸਾਡੇ ਸੰਵਿਧਾਨ 'ਚ ਕਾਨੂੰਨ ਦੇ ਵਿੱਚ ਇਹ ਗੱਲ ਹੈਗੀ ਹੈ, ਪਰ ਨਾਲ ਉਹਦੇ 'ਚ ਕੀ ਹੁੰਦਾ ਹੈ ਕਿ ਸਟੇਟ ਦੀ, ਉੱਥੋਂ ਦੀ ਸਰਕਾਰ ਦੀ ਇੱਕ ਮਨਜ਼ੂਰੀ, ਇੱਕ ਸਹਿਮਤੀ ਹੁੰਦੀ ਹੈ ਕਿ ਉਹ ਸਰਕਾਰ ਸਹਿਮਤੀ ਦੇਵੇ ਕਿ ਇਹ ਬੰਦਾ ਬਾਹਰ ਆ ਸਕਦਾ ਹੈ। ਸਾਨੂੰ ਇਹਦੇ 'ਤੇ ਕੋਈ ਇਤਰਾਜ਼ ਨਹੀਂ, ਮਤਲਬ ਜਿਹਨੂੰ ਆਪਾਂ NOC ਨੋ ਓਬਜੈਕਸ਼ਨ ਸਰਟੀਫਿਕੇਟ ਕਹਿ ਦਈਏ, ਅਤੇ ਉਹ ਸਿਰਫ ਇਹਨਾਂ ਦਾ ਨੋ ਓਬਜੈਕਸ਼ਨ ਇੱਕ ਸਰਟੀਫਿਕੇਟ ਹੋਇਆ ਸੀ, ਜਿਹਦੇ ਕਰਕੇ ਇਹ ਸਿੰਘ ਕੁਛ ਦਿਨਾਂ ਲਈ ਬਾਹਰ ਆਏ ਸੀ ਔਰ ਇਹ ਪੈਰੋਲ ਸੀ ਔਰ ਪੈਰੋਲ 'ਤੇ ਆਏ ਨੇ ਅਤੇ ਰਿਹਾਈ ਨਹੀਂ ਸੀ ਹੋਈ। ਜੇ ਰਿਹਾਈ ਹੁੰਦੀ ਤਾਂ ਬੰਦਾ ਦੁਬਾਰਾ ਜੇਲ੍ਹ ਨਹੀਂ ਜਾਂਦਾ, ਉਹ ਫ੍ਰੀ ਹੋ ਜਾਂਦਾ। ਅਤੇ ਇਹਨਾਂ ਨੇ 22 ਤਰੀਕ ਨੂੰ ਪਹਿਲੇ ਸਿੰਘ ਭਾਈ ਗੁਰਮੀਤ ਸਿੰਘ ਜੀ ਜਿਹੜੇ ਉਹ ਵਾਪਸ ਜਾ ਰਹੇ ਆ ਔਰ ਦੂਸਰਿਆਂ ਨੇ ਵਾਰੀ 25 ਤਰੀਕ ਨੂੰ ਉਹਨਾਂ ਨੇ ਵੀ ਵਾਪਸ ਚਲੇ ਜਾਣਾ। ਅਤੇ ਔਰ 6 ਸਿੰਘਾਂ ਦੀ ਰਿਹਾਈ ਲਈ ਜਿਹੜੀ ਗੱਲ ਸ਼ੁਰੂ ਹੋਈ ਸੀ, ਉਹਨਾਂ ਦੀ ਸਿਰਫ 4 ਦੀ ਪੈਰੋਲ ਹੋਈ ਸੀ, 2 ਸਿੰਘਾਂ ਦਾ ਹਾਲੇ ਤੱਕ ਕੁਛ ਵੀ ਨਹੀਂ ਹੋ ਸਕਿਆ। ਲੇਕਿਨ ਅਫਸੋਸ ਹੈ ਕਿ ਇਹ 4 ਵੀ 26 ਜਨਵਰੀ ਤੋਂ ਪਹਿਲਾਂ ਵਾਪਸ ਚਲੇ ਜਾਣਗੇ। ਵੀਰ ਜੀ, ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਬੰਦੀ ਸਿੰਘ ਰਿਹਾਈ 'ਤੇ ਆਏ ਸਨ ਉਹ ਹੁਣ ਵਾਪਸ ਜਾਣੇ ਸ਼ੁਰੂ ਹੋ ਜਾਣਗੇ, ਅਤੇ ਤੁਸੀਂ ਕੀ ਸਮਝਦੇ ਹੋ ਕਿ ਇਸ ਵਿੱਚ ਕੋਈ ਸਾਜ਼ਿਸ਼ ਹੈ ਜਾਂ ਇਹਦੇ ਵਿੱਚ ਸਾਡਾ ਅਵੇਸਲਾਪਨ ਹੈ? ਇਹਦੇ ਵਿੱਚ ਵੀਰ ਜੀ ਬੜੀ ਸਪਸ਼ਟ ਜੀ ਗੱਲ ਹੈ ਕਿ ਮੈਂ ਲਗਾਤਾਰ ਇਸ ਸੰਘਰਸ਼ ਨਾਲ ਜੁੜਿਆ ਰਿਹਾ, ਇੱਕ ਦਰਸ਼ਕ ਦੇ ਤੌਰ 'ਤੇ ਨਹੀਂ, ਇੱਕ ਚਿੰਤਕ ਦੇ ਤੌਰ 'ਤੇ। ਮੇਰੇ ਮਨ ਦੇ ਅੰਦਰ ਇੱਕ ਦਰਦ ਸੀ ਕਿ ਇਹ ਵਾਕਿਆ ਹੀ ਬਹੁਤ ਸਾਰੇ ਸਿੱਖ ਜਿਹੜੇ ਸਾਡੇ ਜੇਲ੍ਹਾਂ ਦੇ ਵਿੱਚ ਬੈਠੇ ਹੈ, ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਅਤੇ ਬੜੀ ਖੁਸ਼ੀ ਸੀ ਕਿ ਭਾਈ ਗੁਰਬਖਸ਼ ਸਿੰਘ ਨੇ ਇਹ ਬੀੜਾ ਚੁੱਕਿਆ, ਉਹਨਾਂ ਨੇ ਮਰਨ ਵਰਤ ਆਰੰਭ ਕੀਤਾ ਅਤੇ ਬੜੀ ਆਸ ਵੱਜੀ ਸੀ। ਔਰ ਅਸੀਂ ਇਸ ਸਾਰੀ ਗੱਲਬਾਤ ਨੂੰ ਮੋਢਾ ਲਾ ਕੇ ਪ੍ਰਚਾਰ ਕੇ ਹਰ ਥਾਂ 'ਤੇ, ਦੂਰ ਦਰਾਡੇ, ਫੋਨ 'ਤੇ, ਜਿਸ ਤਰ੍ਹਾਂ ਵੀ ਸੋਸ਼ਲ ਮੀਡੀਆ ਰਾਹੀਂ ਅਸੀਂ ਬੜਾ ਇਸ ਗੱਲ ਨੂੰ ਉਭਾਰਿਆ ਔਰ ਉਭਾਰਨ ਤੋਂ ਬਾਅਦ ਇਹ ਇੱਕ ਕੌਮੀ ਮੁੱਦਾ ਬਣ ਗਿਆ ਸੀ। ਔਰ ਪਿਛਲੇ ਦਿਨਾਂ ਦੇ ਵਿੱਚ ਆ ਕੇ ਇਹ ਲੱਗਦਾ ਸੀ ਕਿ ਅੱਜ ਪੂਰੀ ਕੌਮ ਹੈ ਜਿਹੜੀ ਉਹ ਇਕਜੁੱਟ ਹੋ ਗਈ ਹੈ। ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਆਖੀਰ ਦੇ ਵਿੱਚ ਆ ਕੇ ਜਿਵੇਂ ਅੱਗੇ ਠੱਗੇ ਜਾਂਦੇ ਹਾਂ, ਇਸ ਵਾਰੀ ਵੀ ਅਸੀਂ ਠੱਗੇ ਗਏ, ਸਾਡੇ ਨਾਲ ਧੋਖਾ ਹੋ ਗਿਆ। ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜਾ ਧੋਖਾ ਹੋਇਆ, ਇਸ ਦੇ ਵਿੱਚ ਜ਼ਿੰਮੇਵਾਰ ਕੌਣ ਨੇ? ਇਹਦੇ ਵਿੱਚ ਸਭ ਤੋਂ ਪਹਿਲੀ ਵੱਡੀ ਜਿਹੜੀ ਜ਼ਿੰਮੇਵਾਰੀ ਹੈ ਉਹ ਤਾਂ ਸੰਘਰਸ਼ ਕਰਦੀ ਜਿਹੜੀ ਕਮੇਟੀ ਸੀ, ਜਿਹੜੀ ਸੰਘਰਸ਼ ਲਈ ਜ਼ਿੰਮੇਵਾਰ ਸੀ। ਮੈਂ ਇੱਕ ਨੰਬਰ 'ਤੇ ਤਾਂ ਉਹਨਾਂ ਨੂੰ ਜ਼ਿੰਮੇਵਾਰ ਸਮਝਦਾ ਕਿ ਉਹਨਾਂ ਲੋਕਾਂ ਨੇ ਜੋ ਵੀ ਗੱਲਬਾਤ ਕੀਤੀ, ਸਰਕਾਰ ਨਾਲ ਕੀਤੀ, ਉਹਨਾਂ ਲੋਕਾਂ ਨੇ ਜਥੇਦਾਰ ਅਕਾਲ ਤਖਤ ਨਾਲ ਗੱਲਬਾਤ ਕੀਤੀ, ਸ਼੍ਰੋਮਣੀ ਕਮੇਟੀ ਨਾਲ ਕੀਤੀ, ਸੰਤ ਸਮਾਜ ਨਾਲ ਕੀਤੀ, ਉਹ ਪੂਰੀ ਤਰ੍ਹਾਂ ਕੱਚੇ ਸਾਬਤ ਹੋਏ ਇਸ ਗੱਲ ਦੇ ਵਿੱਚ ਕਿ ਉਹਨਾਂ ਦੀ ਗੱਲ ਦੇ ਵਿੱਚ ਕੋਈ ਪੁਖਤਾਪਣ ਨਹੀਂ ਸੀ। ਜੇ ਪੁਖਤਾ ਗੱਲਬਾਤ ਹੁੰਦੀ ਤਾਂ ਫਿਰ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਹੋਣੀ। ਵਾਰ ਉਹਨਾਂ ਨੇ ਇਹ ਐਲਾਨ ਕੀਤਾ ਕਿ ਤੁਸੀਂ ਦੇਖੋ, ਪਹਿਲਾਂ ਪੈਰੋਲ ਹੀ ਹੋ ਸਕਦੀ ਹੈ, ਤੁਸੀਂ ਗੁੰਮਰਾਹ ਨਾ ਕਰੋ, ਅਤੇ ਪੈਰੋਲ ਤੋਂ ਬਾਅਦ ਇਹ ਪੱਕੀ ਰਿਹਾਈ ਦੇ ਵਿੱਚ ਬਦਲ ਜਾਊਗੀ। ਲੇਕਿਨ ਅੱਜ ਅਫਸੋਸ ਹੈ ਕਿ 2 ਦਿਨ ਬਾਕੀ ਨੇ, 2 ਦਿਨਾਂ ਤੋਂ ਬਾਅਦ ਪਹਿਲਾ ਸਿੰਘ ਆ ਜਿਹੜਾ ਜੇਲ੍ਹ 'ਚ ਜਾ ਰਿਹਾ, ਉਹਦੀ ਪੈਰੋਲ ਰਿਹਾਈ 'ਚ ਨਹੀਂ ਬਦਲੀ। ਔਰ ਦੂਸਰੇ ਨੰਬਰ 'ਤੇ ਮੈਂ ਸਮਝਦਾ ਕਿ ਭਾਈ ਗੁਰਬਖਸ਼ ਸਿੰਘ ਜਿਨ੍ਹਾਂ ਨੇ ਅਰਦਾਸ ਕੀਤੀ ਸੀ, ਉਹਨਾਂ ਨੂੰ ਬੈਠੇ ਰਹਿਣਾ ਚਾਹੀਦਾ ਸੀ, ਜਿਨ੍ਹਾਂ ਨੇ ਕਿਹਾ ਸੀ ਕਿ ਜਿੰਨੀ ਦੇਰ 6 ਸਿੰਘ ਮੇਰੇ ਸਾਹਮਣੇ ਅੰਬ ਸਾਹਿਬ ਨਹੀਂ ਆਉਂਦੇ ਅਤੇ ਮੈਂ ਇੱਥੋਂ ਲਿਜਾ ਕੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਵਿੱਚ ਫਿਰ ਲੰਗਰ ਛਕਾਂਗਾ, ਉਹਨਾਂ ਨਾਲ ਮੈਂ ਉਹਨਾਂ ਚਿਰ ਕੁਛ ਖਾਣਾ ਨਹੀਂ। ਔਰ ਸਭ ਤੋਂ ਵੱਡੀ ਜਿਹੜੀ ਕੁਤਾਹੀ ਇਹਦੇ ਵਿੱਚ ਜਿਹੜੀ ਕੀਤੀ ਹੈ, ਉਹ ਕੀਤੀ ਹੈ ਜਥੇਦਾਰਾਂ ਨੇ, ਖਾਸ ਕਰਕੇ ਅਕਾਲ ਤਖਤ ਸਾਹਿਬ ਦਾ ਜਥੇਦਾਰ, ਜਿਹਦੇ 'ਤੇ ਬੜੀ ਵੱਡੀ ਸਿੱਖਾਂ ਨੂੰ ਆਸ ਹੁੰਦੀ ਹੈ। ਸਮੇਂ ਜਥੇਦਾਰਾਂ ਨੇ ਚੰਗੀ ਗਵਾਹੀ ਵੀ ਦਿੱਤੀ ਹੈ, ਮਾੜੇ ਤਜਰਬੇ ਵੀ ਨੇ, ਲੇਕਿਨ ਇਹ ਜਿਹੜਾ ਤਜਰਬਾ ਅੱਜ 21ਵੀਂ ਸਦੀ ਦੇ ਵਿੱਚ ਇੱਥੇ ਜਥੇਦਾਰਾਂ ਦਾ ਟੋਟਲ ਫੇਲੀਅਰ ਨਹੀਂ ਕਿਹਾ ਜਾ ਸਕਦਾ, ਬੇਈਮਾਨੀ ਕਹੀ ਜਾ ਸਕਦੀ ਹੈ ਸਿੱਧੇ ਲਫ਼ਜ਼ਾਂ ਦੇ ਵਿੱਚ, ਕਿ ਉਹਨਾਂ ਨੇ ਸਮੇਂ ਦੀ ਸਰਕਾਰ ਦਾ, ਜਿਹੜੀ ਸਰਕਾਰ ਨੂੰ ਉਹ ਕਦੇ ਸਰਕਾਰ ਦੇ ਮੁਖੀ ਨੂੰ ਫਖਰੇ ਕੌਮ ਦਾ ਅਵਾਰਡ ਦਿੰਦੇ ਨੇ, ਉਹਨਾਂ ਦੀ ਹਮਾਇਤ ਨਾਲ ਚੱਲਦੇ ਨੇ, ਉਹਨਾਂ ਦੀ ਇੱਕ ਤਰ੍ਹਾਂ ਨੌਕਰਸ਼ਾਹੀ ਕਰਦੇ ਨੇ। ਉਹਨਾਂ ਨੇ ਸਿਰਫ ਉਹਨਾਂ ਦਾ ਫਾਇਦਾ ਦੇਖਿਆ, ਕੌਮੀ ਹਿੱਤਾਂ ਦਾ ਕੋਈ ਫਾਇਦਾ ਨਹੀਂ ਦੇਖਿਆ। ਔਰ ਇਹਦੇ ਲਈ ਇਕੱਲਾ ਗੁਰਬਖਸ਼ ਸਿੰਘ ਜਾਂ ਇਕੱਲੀ ਕਮੇਟੀ ਜ਼ਿੰਮੇਵਾਰ ਨਹੀਂ, ਇਹਦੇ ਲਈ ਜਥੇਦਾਰ ਵੀ ਜ਼ਿੰਮੇਵਾਰ ਨੇ।
ਜਿਨ੍ਹਾਂ ਨੇ ਸਰਕਾਰ ਦਾ ਪੱਖ ਪੂਰ ਕੇ ਚੰਗੇ ਭਰੇ ਚੱਲਦੇ ਸੰਘਰਸ਼ ਨੂੰ ਉਹਨਾਂ ਲੋਕਾਂ ਨੇ ਤਾਰਪੀਡੋ ਕੀਤਾ। ਔਰ ਸਿੰਘਾਂ ਦੀ ਜਿਹੜੀ ਰਿਹਾਈ ਸੀ ਉਹ ਇਹ ਕਹਿ ਕੇ ਵਾਰ-ਵਾਰ ਉਹਨਾਂ ਨੇ ਮਤਲਬ ਇਸ ਗੱਲ ਨੂੰ ਵਡਿਆਇਆ ਕਿ ਲੋ ਦੇਖੋ ਜੀ, ਜਿਹੜੇ ਸਿੰਘ 16 ਸਾਲ ਤੋਂ 20 ਸਾਲ ਤੋਂ ਬਾਹਰ ਨਹੀਂ ਸੀ ਆ ਸਕੇ, ਘੱਟੋ ਘੱਟ ਪਰਿਵਾਰ ਨੂੰ ਤਾਂ ਮਿਲ ਲਏ। ਲੇਕਿਨ ਉਹ ਸਿੰਘ ਵਾਰ-ਵਾਰ ਅੰਦਰੋਂ ਕਹਿ ਰਹੇ ਸੀ ਕਿ ਸਾਡੀ ਜੇ ਰਿਹਾਈ ਹੋਵੇ ਤਾਂ ਪੱਕੀ ਹੋਵੇ, ਨਹੀਂ ਅਸੀਂ ਆਨੰਦ 'ਚ ਬੈਠੇ ਹਾਂ। ਔਰ ਸਭ ਤੋਂ ਮਾੜੀ ਗੱਲ ਜਿਹੜੀ ਹੋਈ ਹੈ ਇਹਦੇ ਵਿੱਚ, ਜਿਹਦੇ ਬਾਰੇ ਮੈਂ ਪਹਿਲਾਂ ਵੀ ਲਿਖਿਆ ਸੀਗਾ ਅਤੇ ਉਹਨੂੰ ਮੈਂ ਨੈੱਟ 'ਤੇ 1-2 ਸਾਈਟਾਂ 'ਤੇ ਸਾਂਝਾ ਕੀਤਾ, ਖਾਸ ਕਰਕੇ ਪੰਜਾਬ ਸਪੈਕਟਰਮ 'ਤੇ ਵੀ, ਉੱਥੇ ਬੜੇ ਲੋਕਾਂ ਨੇ ਪੜ੍ਹਿਆ। ਲਗਭਗ 5,500 ਲੋਕਾਂ ਨੇ ਮੇਰੇ ਉਸ ਲੇਖ ਦੇ ਹੱਕ ਦੇ ਵਿੱਚ ਆਪਣੇ ਵਿਊ ਦਿੱਤੇ ਅਤੇ 30-35 ਲੋਕਾਂ ਨੇ ਉਹਦੇ ਵਿਰੋਧ ਦੇ ਵਿੱਚ ਬੜਾ ਹੀ ਜ਼ਹਿਰ ਉਗਲਿਆ, ਜਿਨ੍ਹਾਂ ਨੇ ਮੇਰੇ 'ਤੇ ਇੰਨਾ ਚਿੱਕੜ ਵੀ ਸੁੱਟਿਆ, ਇੰਨੀਆਂ ਗੱਲਾਂ ਕਹੀਆਂ ਕਿ ਇਹ ਆਦਮੀ ਨਹੀਂ ਚਾਹੁੰਦਾ, ਇਹਨੂੰ ਕਮੇਟੀ ਵਿੱਚ ਨਹੀਂ ਪਾਇਆ, ਇਹ ਨਹੀਂ ਕੀਤਾ। ਮੈਂ ਉਦੋਂ ਕਹਿ ਰਿਹਾ ਸੀ ਨਾਲ ਨਾਲ ਕਿ ਸਾਡੀ ਜਿਹੜੀ ਕਮੇਟੀ ਹੈ, ਕਮੇਟੀ ਦੇ ਆਦਮੀ ਨਾ ਤਜਰਬੇਕਾਰ ਨੇ। ਜੇ ਕਿਸੇ ਅਣਜਾਣ ਡਰਾਈਵਰ ਨੂੰ ਗੱਡੀ ਫੜਾ ਦਈਏ ਉਹ ਫਿਰ ਖੂਹ ਖਾਤੇ ਲਿਜਾ ਕੇ ਸਿੱਟਦਾ ਹੁੰਦਾ, ਇਹੀ ਕੁਛ ਹੋਇਆ। ਅਤੇ ਮੈਂ ਵਾਰ-ਵਾਰ ਇਹ ਗੱਲ ਕਹਿੰਦਾ ਰਿਹਾ ਅਤੇ ਉਸ ਗੱਲ 'ਤੇ ਜਿਹੜਾ ਕਿੰਤੂ ਹੋਇਆ, ਅੱਜ ਮੈਂ ਉਹਨਾਂ ਲੋਕਾਂ ਤੋਂ ਇਹ ਜਵਾਬ ਮੰਗਦਾ ਕਿ ਉਹ ਮੈਨੂੰ ਜਵਾਬ ਦੇਣ। ਅੱਜ ਸਿੰਘ ਉਹ ਜਿਹੜੇ ਵਾਪਸ ਜਾ ਰਹੇ ਆ ਜੇਲ੍ਹ ਦੇ ਵਿੱਚ, ਅੱਜ ਉਹਨਾਂ ਦਾ ਕੀ ਵਿਊ ਹੈ ਕਿ ਮੇਰਾ ਉਦੋਂ ਕਹਿਣਾ ਠੀਕ ਸੀ ਜਾਂ ਗਲਤ ਸੀ। ਮੇਰੇ ਅੰਦਰ ਕੌਮੀ ਭਾਵਨਾ, ਪੰਥਕ ਭਾਵਨਾ, ਜਿਹਦੇ ਕਰਕੇ ਮੈਂ ਸੱਚੀ ਸੁੱਚੀ ਭਾਵਨਾ ਦੇ ਨਾਲ ਇਹ ਕਹਿ ਰਿਹਾ ਸੀ ਕਿ ਇਹ ਵਿਚਾਰੇ ਸਿੰਘ ਜਿਹੜੇ ਸਾਡੇ ਅੰਦਰ ਬੈਠੇ ਆ ਕੁਰਬਾਨੀ ਕਰਕੇ, ਇਹਨਾਂ ਨੇ ਜੇਲ੍ਹ 'ਚ ਹੀ ਸੜ ਕੇ ਮਰ ਜਾਣਾ। ਜੇ ਬਾਹਰ ਆਉਣ ਦਾ ਕੋਈ ਇਹਨਾਂ ਦਾ ਹੋ ਸਕਦਾ, ਕੌਮ ਅੱਜ ਉੱਠੀ ਹੋਈ ਹੈ, ਜਾਗੀ ਹੋਈ ਹੈ। ਸੰਘਰਸ਼ ਨੂੰ ਸਾਨੂੰ ਦਵਾਟੇ ਨਹੀਂ ਤੋੜਨਾ ਚਾਹੀਦਾ। ਔਰ ਇਹਦੇ ਲਈ ਮਾੜਾ ਰੋਲ ਜਿਹੜਾ ਜਥੇਦਾਰਾਂ ਨੇ ਨਿਭਾਇਆ, ਇੱਕ ਤਾਂ ਇਹ ਕੀਤਾ ਕਿ ਅਰਦਾਸਾਂ ਤੋੜਨ ਵਾਲਿਆਂ ਨੂੰ ਜਥੇਦਾਰ ਕਈ ਵਾਰ ਬੁਲਾਉਂਦੇ ਨੇ ਅਕਾਲ ਤਖ਼ਤ 'ਤੇ, ਤਲਬ ਕਰਦੇ ਨੇ, ਅਤੇ ਇੱਥੇ ਜਥੇਦਾਰਾਂ ਨੇ ਖੁਦ ਅਰਦਾਸ ਇੱਕ ਸਿੰਘ ਦੀ ਤੁੜਵਾ ਦਿੱਤੀ ਹੈ, ਮਰਨ ਵਰਤ ਤੁੜਵਾ ਦਿੱਤਾ ਹੈ। ਜਿਹੜਾ ਮਸਲਾ ਸੀ ਉਹ ਹੱਲ ਵੀ ਨਹੀਂ ਹੋਇਆ ਅਤੇ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਜੋ ਕੌਮੀ ਜਜ਼ਬਾਤ ਸੀ ਜਿਹੜੇ, ਉਹਨਾਂ 'ਤੇ ਠੰਡੇ ਪਾਣੀ ਦੀ ਬਾਲਟੀ ਇਹਨਾਂ ਲੋਕਾਂ ਨੇ ਭਰ ਕੇ ਪਾ ਦਿੱਤੀ ਹੈ। ਅੱਜ ਮੈਂ ਕਹਿਣਾ ਕਿ ਬੜੀ ਦੇਰ ਬਾਅਦ, 20-25 ਸਾਲਾਂ ਬਾਅਦ ਕੋਈ ਕੌਮੀ ਮੁੱਦਾ ਲੈ ਕੇ ਸਿੱਖ ਉੱਠੇ ਸਨ, ਔਰ ਇਹ ਮੁੱਦਾ ਜਿਹੜਾ ਦੇਸ਼ ਵਿਦੇਸ਼ ਵਿੱਚ 7 ਸਮੁੰਦਰੋਂ ਪਾਰ ਬੈਠੇ ਲੋਕਾਂ ਨੇ ਵੀ ਹਮਦਰਦੀ ਵੀ ਜਤਾਈ, ਉਹਨਾਂ ਲੋਕਾਂ ਨੇ ਪੂਰਾ ਯੋਗਦਾਨ ਵੀ ਦਿੱਤਾ। ਪਰ ਅੱਜ ਜਿਹੜਾ ਸਾਰਾ ਭੱਠਾ ਬਿਠਾਇਆ ਉਹ ਜਥੇਦਾਰਾਂ ਨੇ, ਸੰਤ ਸਮਾਜ ਨੇ, ਅਤੇ ਸੰਘਰਸ਼ ਕਮੇਟੀ ਅਤੇ ਗੁਰਬਖਸ਼ ਸਿੰਘ ਵੀ ਇਸ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ, ਕਿਉਂਕਿ ਸੱਚ ਹੈ ਬੜਾ, ਕਹਿਣਾ ਥੋੜ੍ਹਾ ਜਿਹਾ ਔਖਾ ਵੀ ਹੁੰਦਾ ਅਤੇ ਸੁਣਨਾ ਉਸ ਤੋਂ ਵੀ ਬਹੁਤ ਜ਼ਿਆਦਾ ਔਖਾ ਹੁੰਦਾ। ਕੌੜਾ ਲੱਗੇਗਾ ਜ਼ਰੂਰ ਤੁਹਾਨੂੰ, ਪਰ ਜਦੋਂ 22 ਤਰੀਕ ਨੂੰ ਅਤੇ 25 ਤਰੀਕ ਨੂੰ ਸਿੰਘ ਅੰਦਰ ਚਲੇ ਜਾਣਗੇ, ਉਦੋਂ ਸ਼ਾਇਦ ਮੇਰੀਆਂ ਇਹ ਗੱਲਾਂ ਨੇ ਜਿਹੜੀਆਂ ਤੁਹਾਨੂੰ ਚੰਗੀਆਂ ਵੀ ਲੱਗਣ ਕਿ ਸਾਡੇ ਨਾਲ ਬਹੁਤ ਵੱਡਾ ਧੋਖਾ ਜਿਹੜਾ ਜਥੇਦਾਰਾਂ ਨੇ ਕੀਤਾ ਹੈ। ਸਰਕਾਰ ਦਾ ਪੱਖ ਪੂਰ ਕੇ ਉਹਨਾਂ ਨੇ ਗੁਰਬਖਸ਼ ਸਿੰਘ ਦਾ ਮਰਨ ਵਰਤ ਤੜਾ ਕੇ, ਕਿਉਂਕਿ ਜਿਹੜਾ ਸ਼ਾਂਤਮਈ ਸੰਘਰਸ਼ ਹੁੰਦਾ, ਸਰਕਾਰਾਂ ਇੱਥੋਂ ਭੱਜਦੀਆਂ ਹੁੰਦੀਆਂ ਨੇ। ਗੋਲੀ ਚਲਾਉਣ ਵਾਲੇ ਲੋਕਾਂ ਨੂੰ, ਜਿਹੜੇ ਲੋਕ ਹਥਿਆਰਬੰਦ ਹੋਣ, ਜਿਹੜੇ ਲੋਕ ਵਾਇਲੈਂਸ ਕ੍ਰੀਏਟ ਕਰਨ ਕਿਸੇ ਤਰ੍ਹਾਂ ਦਾ, ਉਹਨਾਂ ਲੋਕਾਂ ਨੂੰ ਦਬਾਉਣ ਲਈ ਸਰਕਾਰ ਕੋਲ ਬੜੇ ਤਰੀਕੇ ਹੁੰਦੇ ਆ। ਲੇਕਿਨ ਇਹ ਜਿਹੜਾ ਸ਼ਾਂਤਮਈ ਅੰਦੋਲਨ ਹੈ, ਇਹਨੂੰ ਦਬਾਇਆ ਨਹੀਂ ਜਾ ਸਕਦਾ। ਇਹਨੂੰ ਦਬਾਉਣ ਲਈ ਫਿਰ ਸਰਕਾਰ ਆਪਣੇ ਗੁਰਗਿਆਂ ਨੂੰ, ਸਰਕਾਰ ਆਪਣੇ ਹੱਥ ਕੰਡਿਆਂ ਨੂੰ ਅਪਣਾਉਂਦੀ ਹੈ, ਵਰਤਦੀ ਹੈ, ਉਹਨਾਂ ਨੂੰ ਵਰਤ ਕੇ। ਔਰ ਇਹਦੇ ਵਿੱਚ ਜਥੇਦਾਰਾਂ ਨੇ ਸਭ ਤੋਂ ਵੱਡਾ ਰੋਲ ਅਦਾ ਕੀਤਾ। ਮੈਨੂੰ ਤਾਂ ਪਹਿਲੇ ਵੀ ਕੋਈ ਸ਼ੱਕ ਨਹੀਂ ਸੀ, ਇਸੇ ਕਰਕੇ ਮੈਂ ਵਾਰ-ਵਾਰ ਕਲਪਦਾ ਸੀ, ਕਿਉਂਕਿ ਜਿਹੜੇ ਸਾਡੇ ਮੌਜੂਦਾ ਜਥੇਦਾਰ ਜੀ ਨੇ, ਇਹਨਾਂ ਦਾ ਜਿਹੜਾ ਡੇਰਾ ਸੱਚਾ ਸੌਦਾ ਦੇ ਮਾਮਲੇ ਵਿੱਚ, ਸੌਦਾ ਸਾਧ ਦੇ ਮਾਮਲੇ ਵਿੱਚ, ਉਸ ਹੁਕਮਨਾਮੇ ਦਾ ਜੋ ਅੱਜ ਹਾਲ ਹੋਇਆ, ਜੋ ਉਸ ਹੁਕਮਨਾਮੇ ਦੀ ਬੇਕਦਰੀ ਹੋਈ ਹੈ, ਔਰ ਜਿਸ ਤਰੀਕੇ ਇਹ ਜਿਹਨੂੰ ਫਖਰੇ ਕੌਮ ਦਾ ਖਿਤਾਬ ਦੇ ਰਹੇ ਨੇ, ਜਿਸ ਤਰੀਕੇ ਉਹ ਜਾ ਕੇ ਉਸ ਸਾਧਾਂ ਦੇ ਡੇਰੇ ਮੱਥੇ ਟੇਕਦਾ, ਜਿਸ ਤਰੀਕੇ ਉਹਨਾਂ ਕੋਲ ਵੋਟਾਂ ਮੰਗਣ ਜਾਂਦਾ, ਜਿਸ ਤਰੀਕੇ ਉਹਨਾਂ ਦੀ ਤਰਫਦਾਰੀ ਪੰਜਾਬ ਦੇ ਵਿੱਚ ਉਹਨਾਂ ਦੇ ਸਤਸੰਗ ਕਰਾਉਣ 'ਚ ਹੋ ਰਹੀ ਹੈ, ਇਹ ਜਥੇਦਾਰਾਂ ਦੇ ਹੁਕਮਨਾਮੇ ਦਾ ਉੱਥੇ ਪੂਰੀ ਤਰ੍ਹਾਂ ਜਲੂਸ ਨਿਕਲਿਆ ਹੋਇਆ ਮੈਂ ਕਹਿ ਸਕਦਾ। ਅਤੇ ਪਹਿਲਾਂ ਉੱਥੋਂ ਉਮੀਦ ਨਹੀਂ ਸੀ। ਫਿਰ ਦੂਸਰੀ ਗੱਲ ਜਿਹੜੀ ਜਸਪਾਲ ਸਿੰਘ ਚੌੜ ਸਿੱਧਵਾਂ, ਜਿਹੜਾ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਉਹ ਰਿਹਾਈ ਨੂੰ ਲੈ ਕੇ, ਉਹਦੀ ਫਾਂਸੀ ਨੂੰ ਰੋਕਣ ਦੇ ਲਈ ਜੋ ਅਸੀਂ ਸਾਰਿਆਂ ਨੇ 8 ਮੈਂਬਰੀ ਕਮੇਟੀ ਨੇ ਸੰਘਰਸ਼ ਆਰੰਭਿਆ, ਬੰਦ ਦਾ ਸੱਦਾ ਦਿੱਤਾ, ਉਹਦੇ ਵਿੱਚ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਇਆ, ਜਿਹਨੂੰ ਪੁਲਿਸ ਨੇ ਉਹਦੇ ਘਰ 'ਚ ਵੜ ਕੇ ਗੋਲੀ ਮਾਰੀ। ਜਥੇਦਾਰਾਂ ਨੇ ਜ਼ਿੰਮੇਵਾਰੀ ਲਈ, ਉਹਦਾ ਭੋਗ ਹਾਈਜੈਕ ਕੀਤਾ ਔਰ ਕਿਹਾ ਗਿਆਨੀ ਗੁਰਬਚਨ ਸਿੰਘ ਨੇ ਕਿ ਮੈਂ ਸਜ਼ਾ ਦਵਾਵਾਂਗਾ ਅਤੇ ਇਸ ਪਰਿਵਾਰ ਨਾਲ ਨਿਆਂ ਹੋਵੇਗਾ। ਲੇਕਿਨ ਅਜੇ ਕਿੰਨਾ ਸਮਾਂ ਬੀਤ ਗਿਆ, ਨਾ ਕੋਈ ਨਿਆਂ ਹੋਇਆ, ਨਾ ਕਿਸੇ ਨੂੰ ਸਜ਼ਾ ਹੋਈ ਹੈ। ਉਹੀ ਪੁਲਿਸ ਅਫਸਰ ਅੱਜ ਫੇਰ ਵਧੀਆ ਪੋਸਟਾਂ 'ਤੇ ਲੱਗੇ ਹੋਏ ਨੇ। ਅਤੇ ਦੂਜਾ ਵੱਡਾ ਧੋਖਾ ਇਹਨਾਂ ਨੇ ਕੀਤਾ, ਮੈਂ ਸਮਝਦਾ ਕਿ ਇਸ ਇਤਿਹਾਸ ਦਾ ਸਭ ਤੋਂ ਕਾਲਾ ਪੰਨਾ ਜਿਹੜਾ ਉਹ ਗਿਆਨੀ ਗੁਰਬਚਨ ਸਿੰਘ ਨੇ, ਜਥੇਦਾਰ ਅਕਾਲ ਤਖ਼ਤ ਨੇ ਇਸ ਸਮੇਂ ਦੌਰਾਨ ਲਿਖਿਆ, ਔਰ ਉਹਨਾਂ ਨੇ ਬਹੁਤ ਵੱਡਾ ਧਰੋਹ ਕੌਮ ਦੇ ਨਾਲ ਕੀਤਾ। ਅੱਜ ਉਹ ਕੌਮ ਅੱਗੇ ਜਵਾਬਦੇਹ ਨੇ, ਜਥੇਦਾਰ ਗੁਰਬਚਨ ਸਿੰਘ ਜੀ ਵੀ ਔਰ ਨਾਲ ਸੰਤ ਸਮਾਜ ਵੀ, ਜਿਨ੍ਹਾਂ ਨੇ ਮਦਦ ਕੀਤੀ ਹੈ। ਔਰ ਜਿਹੜੇ ਜਿਹੜੇ ਸੱਜਣ ਉਸ ਦਿਨ ਇਸ ਗੱਲ ਦੇ ਵਿੱਚ ਸ਼ਾਮਲ ਸਨ, ਜਿਸ ਦਿਨ ਭਾਈ ਗੁਰਬਖਸ਼ ਸਿੰਘ ਦਾ ਮਰਨ ਵਰਤ ਤੜਾਇਆ ਗਿਆ ਸੀ, ਇਹ ਅੱਜ ਉਹਨਾਂ ਦੇ ਸਿਰ 'ਤੇ ਸਵਾਲ ਹੈ ਇਸ ਮੇਰੀ ਕੌਮ ਦਾ ਬਹੁਤ ਵੱਡਾ ਕਿ ਜਵਾਬ ਦਿਓ। ਜਿਨ੍ਹਾਂ ਦੀ ਰਿਹਾਈ ਤੁਸੀਂ ਕਹਿੰਦੇ ਸੀ, ਉਹਨਾਂ ਦੀ ਪਰੋਲ ਵੀ ਨਹੀਂ ਹੋਈ ਅਤੇ ਅੱਜ ਉਹ ਲੋਕ ਅੰਦਰ ਜਾ ਰਹੇ ਨੇ। ਔਰ ਸਭ ਤੋਂ ਵੱਡੀ ਅਫਸੋਸ ਵਾਲੀ ਇੱਕ ਗੱਲ ਜਿਹੜੀ ਇਹ ਹੈ
ਕਿ ਇਹ ਸਿੰਘ ਉਹਨਾਂ ਦੇ ਅਖਬਾਰਾਂ 'ਚ ਬਿਆਨ ਨਹੀਂ ਛਪ ਰਹੇ। ਮੈਂ ਉਹਨਾਂ ਦੇ ਬਾਰੇ ਜੋ ਨੈੱਟ 'ਤੇ ਕਈ ਵਾਰ ਲਿਖਿਆ ਵੀ ਹੈ, ਉਹਨਾਂ ਤੋਂ ਸੁਣਿਆ ਵੀ ਹੈ, ਉਹਨਾਂ ਨਾਲ ਗੱਲ ਵੀ ਹੋਈ ਹੈ ਕਿ ਇਹ ਸਾਰੇ ਸੱਜਣ ਰਿਹਾਈ ਕਾਹਦੀ, ਪਰੋਲ ਕਾਹਦੀ, ਉੱਦਣ ਦੇ ਆਪਣੇ ਘਰਾਂ ਵਿੱਚ ਨਜ਼ਰਬੰਦ ਨੇ। ਬਸ ਫਰਕ ਇੰਨਾ ਹੈ ਕਿ ਬੁੜੈਲ ਜੇਲ੍ਹ 'ਚੋਂ ਨਿਕਲਣ ਤੋਂ ਬਾਅਦ ਆਪਣੇ ਘਰ ਨਜ਼ਰਬੰਦ ਨੇ। ਕਿਸੇ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਲਈ ਮਨਜ਼ੂਰੀ ਕੋਈ ਮੰਗਦਾ, ਕੋਈ ਕਿਸੇ ਰਿਸ਼ਤੇਦਾਰੀ 'ਚ ਜਾਣ ਲਈ ਮਨਜ਼ੂਰੀ ਮੰਗਦਾ, ਕਿਸੇ ਨੂੰ ਉੱਥੋਂ ਦੇ ਸੰਬੰਧਿਤ ਅਧਿਕਾਰੀ ਨੇ ਜਿਹੜੇ, ਕਿਉਂਕਿ ਸਰਕਾਰ ਦੀਆਂ ਹਦਾਇਤਾਂ ਨੇ, ਉਹਨਾਂ ਨੂੰ ਅੱਜ ਵੀ ਉਸੇ ਤਰ੍ਹਾਂ ਖਤਰਨਾਕ ਮੁਲਜ਼ਮਾਂ ਵਾਂਗੂ ਜਿਵੇਂ ਸਿਕਿਉਰਿਟੀ ਜੇਲ੍ਹ ਵਿੱਚ ਬੰਦ ਰੱਖਿਆ ਜਾਂਦਾ, ਆਪਣੇ ਘਰਾਂ 'ਚ ਬੰਦ ਰੱਖਿਆ। ਘਰਾਂ ਦੇ ਆਲੇ ਦੁਆਲੇ ਦੂਰ ਦੁਰਾਡੇ ਵਰਦੀ 'ਚ ਵੀ, ਸਿਵਲ ਕੱਪੜਿਆਂ 'ਚ ਵੀ ਪੁਲਿਸ ਲੱਗੀ ਹੋਈ ਹੈ ਕਿ ਇਹਨਾਂ ਨੂੰ ਕੌਣ ਮਿਲਦਾ ਹੈ, ਕੌਣ ਇਹਨਾਂ ਕੋਲ ਜਾਂਦਾ ਆਉਂਦਾ। ਸੋ ਇਹ ਜਿਹੜਾ ਸਾਰੀ ਜਿਹੜੀ ਰਿਹਾਈ ਦਾ ਜਿਹੜਾ ਐਪੀਸੋਡ ਸੀਗਾ, ਪਰੋਲ ਮਾਰਚ, ਬੰਦੀ ਸਿੰਘ ਰਿਹਾਈ ਮਾਰਚ, ਉਹਦੇ 'ਚੋਂ ਵੀ 6 'ਚੋਂ 4 ਆਏ। ਜਿਹੜੇ ਦੂਜੇ 2 ਨੇ ਉਹਨਾਂ ਦਾ ਅਜੇ ਤੱਕ ਕੁਝ ਨਹੀਂ ਹੋ ਸਕਿਆ। ਵਾਰ-ਵਾਰ ਸੰਘਰਸ਼ ਕਮੇਟੀ ਨੇ ਵੀ ਬਿਆਨ ਦਿੱਤੇ, ਉਹਦੇ ਆਗੂਆਂ ਨੇ ਵੀ ਬਿਆਨ ਦਿੱਤੇ ਕਿ ਦੇਖੋ ਅਸੀਂ ਥੋੜ੍ਹੇ ਦਿਨਾਂ 'ਚ ਆਹ ਕਰਾਂਗੇ, ਅਸੀਂ ਉਹ ਕਰਾਂਗੇ, ਲੇਕਿਨ ਕੁਝ ਵੀ ਨਹੀਂ ਹੋਇਆ। ਆਹ 2 ਦਿਨ ਦਾ ਸਮਾਂ ਮੈਂ ਅੱਜ ਕਹਿਣਾ ਚਾਹੁੰਦਾ ਕਿ ਦੇਸ਼ ਵਿਦੇਸ਼ ਵਿੱਚ ਬੈਠੇ ਜਿੰਨੇ ਵੀ ਸਿੱਖ ਭਰਾ ਨੇ, ਮੇਰੇ ਵੀਰ ਨੇ, ਉਹਨਾਂ ਨੂੰ ਜਿਹੜੇ ਵੀ ਪੰਥ ਦਰਦ ਰੱਖਦੇ ਹੋ, ਜਥੇਦਾਰ ਅਕਾਲ ਤਖਤ ਨੂੰ, ਸੰਘਰਸ਼ ਕਮੇਟੀ ਨੂੰ, ਗੁਰਬਖਸ਼ ਸਿੰਘ ਨੂੰ, ਸਾਰੇ ਅੱਜ ਜ਼ੋਰ ਦੇ ਕੇ ਕਹੋ, ਲਾਹਨਤ ਪਾਓ ਕਿ ਹੁਣ ਜੇ ਸਿੱਖ ਅੰਦਰ ਚਲੇ ਗਏ ਫਿਰ ਸਾਡਾ ਕੋਈ ਸੰਘਰਸ਼ ਕੀਤੇ ਦਾ ਫਾਇਦਾ ਨਹੀਂ। ਅਤੇ ਜੇ ਤੁਸੀਂ ਰੋਕ ਸਕਦੇ ਹੋ ਤਾਂ ਹੁਣ ਸਰਕਾਰ ਨੂੰ, ਜਾਂ ਜਿੱਥੇ ਵੀ ਤੁਹਾਡੀ ਗੱਲਬਾਤ, ਜੋ ਤੁਹਾਡਾ ਵਾਅਦਾ ਕਿਸੇ ਨਾਲ ਹੋਇਆ ਸੀ, ਪ੍ਰਕਾਸ਼ ਸਿੰਘ ਬਾਦਲ ਨਾਲ ਹੋਇਆ ਸੀ, ਜਾਂ ਕਿਸੇ ਸਰਕਾਰ ਨਾਲ ਜਿਹਦਾ ਭਰੋਸਾ ਗੁਰੂ ਘਰ ਦੇ ਵਿੱਚ ਖੜੋ ਕੇ ਜਥੇਦਾਰ ਗੁਰਬਚਨ ਸਿੰਘ ਨੇ ਦਿੱਤਾ, ਜਿਸ ਭਰੋਸੇ 'ਤੇ ਸ੍ਰੀ ਅਕਾਲ ਤਖਤ ਸਾਹਿਬ ਵਰਗੇ ਪਾਵਨ ਸਥਾਨ 'ਤੇ ਇੱਕ ਸਿੱਖ ਦਾ ਮਰਨ ਵਰਤ ਤੁੜਾਇਆ ਗਿਆ ਕਿ ਇਹ ਵਾਅਦਾ ਪੂਰਾ ਹੋਵੇਗਾ, ਅੱਜ ਵਾਅਦਾ ਖਿਲਾਫੀ ਹੋ ਰਹੀ ਹੈ। ਵਾਅਦਾ ਖਿਲਾਫੀ ਲਈ ਮੁੱਖ ਤੌਰ 'ਤੇ ਜ਼ਿੰਮੇਵਾਰ ਹੈ ਜਿਹੜਾ ਉਹ ਅਕਾਲ ਤਖਤ ਦਾ ਜਥੇਦਾਰ ਸਾਬਤ ਹੋ ਰਿਹਾ ਸਭ ਤੋਂ ਵੱਡਾ। ਇਸ ਕਰਕੇ ਮੈਂ ਸਮਝਦਾ ਕਿ ਸਾਰੇ ਫੋਨ ਕਰਕੇ ਜਥੇਦਾਰ ਜੀ ਨੂੰ ਸਾਰੇ ਅਪੀਲ ਕਰੋ ਕਿ ਤੁਹਾਡੀ ਜ਼ਿੰਮੇਵਾਰੀ ਹੈ, ਕੌਮ ਨਾਲ ਵਾਅਦਾ ਖਿਲਾਫੀ ਨਾ ਹੋਣ ਦਿਓ। ਜੇ ਤੁਹਾਡਾ ਭਰੋਸਾ ਵੀ ਟੁੱਟ ਗਿਆ ਤਾਂ ਕੌਮ ਕਿਹਦੇ ਆਸਰੇ ਜੀਵੇਗੀ। ਇਸ ਕਰਕੇ ਅੱਜ ਸਮੇਂ ਦੀ ਜਿਹੜੀ ਮੁੱਖ ਲੋੜ ਹੈ ਕਿ ਇਹਨਾਂ ਸਿੰਘਾਂ ਨੂੰ ਪਰੋਲ 'ਤੇ ਜਿਹੜੇ ਬਾਹਰ ਆਏ ਨੇ, ਇਹਨਾਂ ਨੂੰ ਅੰਦਰ ਜਾਣ ਦੀ ਬਜਾਏ ਪੱਕੀ ਰਿਹਾਈ ਦੇ ਵਿੱਚ ਬਦਲਣ ਲਈ ਜਥੇਦਾਰ ਕੋਈ ਚਾਰਾ ਕਰ ਸਕਦੇ ਨੇ, ਕਰ ਸਕਣ। ਨਹੀਂ, ਇਤਿਹਾਸ ਦੇ ਪੰਨਿਆਂ 'ਤੇ ਕਾਲੇ ਅੱਖਰਾਂ ਦੇ ਵਿੱਚ ਇਹ ਜਿਹੜਾ ਸਾਰਾ ਐਪੀਸੋਡ ਹੈ, ਜਿਹੜਾ ਸਾਰਾ ਸੰਘਰਸ਼ ਸੀ, ਇਹਦਾ ਨਤੀਜਾ ਜਿਹੜਾ ਉਹ ਲਿਖਿਆ ਜਾਊਗਾ। ਵੀਰ ਜੀ, ਇਹ ਗੱਲ ਤਾਂ ਠੀਕ ਹੈ, ਤੁਸੀਂ ਬਾਹਰ ਬੈਠੇ ਸਿੰਘਾਂ ਨੂੰ ਇਸ ਗੱਲ ਦੀ ਅਪੀਲ ਕੀਤੀ ਹੈ ਕਿ ਉਹ ਜਥੇਦਾਰ ਅਕਾਲ ਤਖਤ ਨੂੰ ਕਹਿਣ ਕਿ ਉਹ ਇਸ ਪੈਰੋਲ ਨੂੰ ਰਿਹਾਈ ਵਿੱਚ ਬਦਲਣ ਦੇ ਯਤਨ ਆਰੰਭਣ। ਪਰ ਜਦੋਂ ਜਥੇਦਾਰ ਹੀ ਇਹ ਕੰਮ ਕਰਨ ਦੇ ਵਿੱਚ ਮੋਹਰੀ ਭੂਮਿਕਾ ਨਿਭਾਉਣ ਤਾਂ ਫਿਰ ਉਹਨਾਂ ਨੂੰ ਅਪੀਲ ਕਰਨ ਦਾ ਤੁਸੀਂ ਸਮਝਦੇ ਹੋ ਕੋਈ ਮਾਇਨਾ ਰਹਿੰਦਾ ਹੈ? ਅਪੀਲ ਕਰਨ ਦਾ ਮਾਮਲਾ ਤਾਂ ਮੈਨੂੰ ਤਾਂ ਪਹਿਲਾਂ ਹੀ ਭਰੋਸਾ ਨਹੀਂ ਸੀ। ਮੈਂ ਤਾਂ ਇਹ ਗੱਲ ਪਹਿਲਾਂ ਕਹਿੰਦਾ ਸੀਗਾ ਕਿ ਜੇ ਜਥੇਦਾਰ ਸੰਤ ਸਮਾਜ ਵਿੱਚ ਵੜਿਆ ਤਾਂ ਇਹ ਸਾਰਾ ਕੁਝ ਤਾਰ ਪੀੜੋ ਹੋਵੇਗਾ, ਕਿਉਂਕਿ ਪਿਛਲੇ 3-4 ਸੰਘਰਸ਼ਾਂ ਦਾ ਤਜਰਬਾ ਹੈ। ਜਦੋਂ ਵੀ ਸੰਘਰਸ਼ ਸਿਰੇ 'ਤੇ ਪਹੁੰਚਦਾ, ਇਹ ਸਿੱਖਾਂ ਦੇ ਸੁਲਗਦੇ ਜਜ਼ਬਾਤਾਂ 'ਤੇ ਇਹ ਠੰਡਾ ਪਾਣੀ ਪਾ ਦਿੰਦੇ, ਅਤੇ ਉਵੇਂ ਹੁਣ ਕੀਤਾ। ਪਰ ਕਿਉਂਕਿ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ, ਅੱਜ ਮੀਡੀਆ ਇੰਨਾ ਸਟੈਬਲਿਸ਼ ਹੋਇਆ, ਮੇਰੇ ਲੇਖ 'ਤੇ ਵੀ ਲੋਕਾਂ ਨੇ ਜਿਨ੍ਹਾਂ ਨੇ ਕਿੰਤੂ ਕੀਤਾ ਸੀ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਅੱਜ ਵੀ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ, ਮੈਨੂੰ ਕੋਈ ਗਿਲਾ ਨਹੀਂ, ਕਿਉਂਕਿ ਹੱਕ ਹੈ ਹਰ ਕਿਸੇ ਦਾ ਆਪਣੇ ਵਿਚਾਰ ਦੇਣੇ। ਉਹਨਾਂ ਨੇ ਮੇਰੇ ਉਲਟ ਵਿਚਾਰ ਦਿੱਤੇ, ਅਤੇ ਅੱਜ ਉਹ ਲੋਕ ਕਹਿਣ ਉਸ ਜਥੇਦਾਰ ਨੂੰ ਕਿ ਅੱਜ ਭਰੋਸਾ ਟੁੱਟ ਰਿਹਾ, ਅੱਜ ਵਾਅਦਾ ਖਿਲਾਫੀ ਹੋ ਰਹੀ ਹੈ, ਅਤੇ ਜਥੇਦਾਰ ਨੂੰ ਸਿਰਫ ਇਸ ਕਰਕੇ ਆਸ ਮੈਨੂੰ ਕੋਈ ਨਹੀਂ ਕਿ ਜੇ ਉਹ ਭਰੋਸਾ ਦੇ ਕੇ ਗਏ ਸੀ ਅਤੇ ਉਹ ਆਪਣਾ ਜਵਾਬਦੇਹੀ ਦੇਣ ਕੌਮ ਨੂੰ, ਕੌਮ ਦੇ ਸਾਹਮਣੇ ਜਵਾਬਦੇਹ ਹੋਣ ਕਿ ਅੱਜ ਭਰੋਸਾ ਕਿਉਂ ਟੁੱਟ ਰਿਹਾ, ਜਿਹੜਾ ਉਹਨਾਂ ਨੇ ਵਚਨ ਕੀਤਾ ਅਕਾਲ ਤਖਤ 'ਤੇ ਜਾਂ ਗੁਰਦੁਆਰਾ ਅੰਬ ਸਾਹਿਬ 'ਚ ਖੜੋ ਕੇ, ਉਹ ਪੂਰਾ ਕਿਉਂ ਨਹੀਂ ਹੋ ਰਿਹਾ। ਕੌਮ ਇਹ ਮਹਿਸੂਸ ਕਰਦੀ ਹੈ ਕਿ ਜਥੇਦਾਰਾਂ ਦਾ ਇੱਕ ਇਹ ਸੁਭਾਅ ਹੀ ਬਣ ਗਿਆ ਹੈ। ਬਲਕਿ ਪਿਛਲੇ ਦਿਨਾਂ ਦੇ ਵਿੱਚ ਜਥੇਦਾਰ ਨੰਦਗੜ੍ਹ ਨੇ TV 84 ਨੂੰ ਦਿੱਤੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਬੜੀ ਸਪਸ਼ਟਤਾ ਨਾਲ ਅਤੇ ਬੜੀ ਬੇਬਾਕੀ ਨਾਲ ਇਹ ਗੱਲ ਕਹੀ ਹੈ ਕਿ ਜਥੇਦਾਰ ਗੁਰਬਚਨ ਸਿੰਘ ਜੀ ਦੀ ਜਿਹੜੀ ਉੱਥੇ ਤਾਜਪੋਸ਼ੀ ਕੀਤੀ ਗਈ ਹੈ, ਉਹਦੇ ਪਿਛੋਕੜ ਕਾਰਨ ਹੀ ਇਹ ਸੀ ਕਿ ਉਹਨਾਂ ਨੂੰ ਇਸ ਕਰਕੇ ਅਪਾਇੰਟ ਕੀਤਾ ਗਿਆ ਕਿ ਉੱਥੇ ਆਉਂਦੇ ਸਾਰ ਸਭ ਤੋਂ ਪਹਿਲੇ ਉਹ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨਗੇ। ਉਹ ਉਹਨਾਂ ਨੇ ਕਰ ਦਿੱਤਾ, ਅਤੇ ਹੁਣ ਵੀ ਜਿੰਨੇ ਵੀ ਉਹ ਕੰਮ ਕਰ ਰਹੇ ਨੇ ਉਸੇ ਦੇ ਅਕੋਰਡਿੰਗਲੀ ਕਰ ਰਹੇ ਨੇ। ਤੁਸੀਂ ਕੀ ਸਮਝਦੇ ਹੋ ਕਿ ਇਹਦੇ ਨਾਲ ਕੌਮ ਦਾ ਭਵਿੱਖ ਕੀ ਹੋਏਗਾ ਜਦੋਂ ਜਥੇਦਾਰ ਹੀ ਸਾਰਾ ਸਿਸਟਮ ਕਰਨ ਦੇ ਵਿੱਚ ਮੋਹਰੀ ਰੋਲ ਪਲੇ ਕਰ ਰਹੇ ਹੋਣ, ਔਰ ਇੱਕ ਦੂਜੇ ਤਖਤ ਦਾ ਜਥੇਦਾਰ ਇਹ ਓਪਨ ਅਤੇ ਬੜੀ ਬੇਬਾਕੀ ਨਾਲ ਇਹ ਦੋਸ਼ ਲਾ ਰਿਹਾ ਹੈ ਕਿ ਇਹਦੇ ਵਿੱਚ RSS ਦਾ ਬੜਾ ਵੱਡਾ ਰੋਲ ਹੈ। ਇਹੋ ਜਿਹੀ ਪੋਜੀਸ਼ਨ ਦੇ ਵਿੱਚ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਕੌਮ ਦਾ ਭਵਿੱਖ ਕੀ ਹੋ ਸਕਦਾ ਹੈ? ਇਹਦੇ ਵਿੱਚ ਜੀ ਮਤਲਬ ਅੱਧਾ ਤਾਂ ਤੁਹਾਡੇ ਸਵਾਲ ਦਾ ਜਵਾਬ ਗਿਆਨੀ ਨੰਦਗੜ੍ਹ ਦਾ ਬਿਆਨ ਹੀ ਹੈ ਕਿ ਜੇ ਜਥੇਦਾਰ ਦੀ ਤਾਜਪੋਸ਼ੀ ਜਿਸ ਕੰਮ ਲਈ ਹੋਈ ਹੈ, ਔਰ ਜੇ ਉਹਦੇ ਪਿੱਛੇ RSS ਦਾ ਹੱਥ ਗਿਆਨੀ ਨੰਦਗੜ੍ਹ ਜੀ ਮੰਨਦੇ ਨੇ,
ਤਾਂ ਫਿਰ ਮੇਰੇ ਖਿਆਲ ਇਸ ਤੋਂ ਵੱਡਾ ਕੋਈ ਸਬੂਤ ਨਹੀਂ, ਜੇ ਉਹ ਖੁਦ ਹੀ ਪੰਜਾਂ 'ਚੋਂ ਇੱਕ ਮੰਨ ਰਿਹਾ ਕਿ ਇਹ ਜਿਹੜਾ ਗਲਤ ਹੈ, ਸਭ ਤੋਂ ਵੱਡੀ ਗਲਤ ਹੈ। ਔਰ ਦੂਸਰੀ ਇਸ ਤੋਂ ਜਿਹੜੀ ਅੱਗੇ ਇਤਿਹਾਸਕ ਪੱਖ ਨੂੰ ਜੇ ਆਪਾਂ ਘੋਖੀਏ, ਜਿੰਨਾ ਕੁ ਮੈਂ ਪੜ੍ਹਿਆ, ਮੈਂ ਵਾਚਿਆ, ਜਿੰਨਾ ਕੁ ਮੈਂ ਜਾਣਦਾ, ਉਹਦੇ ਮੁਤਾਬਕ ਜਿਹੜਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਆਪਾਂ ਜਿਹੜੀ ਪਦਵੀ ਕਹਿੰਦੇ ਆ, ਭਾਈ ਗੁਰਦਾਸ ਜੀ ਪਹਿਲੇ ਜਿਹੜੇ ਸੇਵਾਦਾਰ ਇਸ ਤਖਤ ਸਾਹਿਬ ਦੇ ਹੋਏ ਨੇ। ਔਰ ਗੁਰੂ 6ਵੇਂ ਪਾਤਸ਼ਾਹ ਨੇ ਉਹਨਾਂ ਦੀ ਡਿਊਟੀ ਲਾਈ ਸੀ ਕਿ ਤੁਸੀਂ ਸੇਵਾ ਅਤੇ ਸੰਭਾਲ ਇਸ ਅਕਾਲ ਤਖਤ ਦੀ, ਇਸ ਅਕਾਲ ਬੁੰਗੇ ਦੀ, ਇਸ ਦੀ ਜਾਂ ਵੀ ਜੋ ਥੜਾ ਬਣਾਇਆ ਗਿਆ ਹੋ, ਜਾਂ ਉਸ ਨੂੰ ਚਬੂਤਰਾ ਵੀ ਕਿਹਾ ਗਿਆ, ਵੀ ਇਸ ਦੀ ਤੁਸੀਂ ਇਹ ਸੇਵਾ ਸੰਭਾਲ ਕਰਨੀ ਹੈ। ਹੁਣ ਸੇਵਾ ਸੰਭਾਲ ਦਾ ਮਕਸਦ ਕੀ ਸੀ? ਸਤਿਗੁਰੂ ਜੀ ਨੇ ਹੁਕਮ ਕੀਤਾ ਸੀ ਉੱਥੋਂ ਸਿੱਖਾਂ ਨੂੰ ਕਿ ਤੁਸੀਂ ਸਿਰ 'ਤੇ ਦੂਹਰੀਆਂ ਦਸਤਾਰਾਂ ਬੰਨੋ, ਤੁਸੀਂ ਘੋੜੇ 'ਤੇ ਚੜ੍ਹ ਕੇ ਆਓ, ਤੁਸੀਂ ਸ਼ਸਤਰ ਪਹਿਨ ਕੇ ਆਓ, ਅਤੇ ਭੇਟਾ ਦੇ ਵਿੱਚ ਵੀ ਸ਼ਸਤਰ ਅਤੇ ਘੋੜੇ ਲੈ ਕੇ ਆਓ। ਹੁਣ ਉਹਦੀ ਜ਼ਿੰਮੇਵਾਰੀ ਸੀ ਜਿਹੜੀ ਅੱਗੋਂ ਭਾਈ ਗੁਰਦਾਸ ਜੀ ਨੇ ਦੇਖਣਾ ਸੀ ਵੀ ਕਿੰਨੇ ਕੁ ਸਿੱਖ ਕੀ ਲੈ ਕੇ ਆਉਂਦੇ, ਪਾਲਣਾ ਹੋ ਰਹੀ ਹੈ ਕਿ ਨਹੀਂ ਹੋ ਰਹੀ। ਨਾ ਕਿ ਭਾਈ ਗੁਰਦਾਸ ਜੀ ਇੱਕ ਅਥਾਰਟੀ ਸਨ ਕਿ ਹੁਕਮਨਾਮਾ ਜਾਰੀ ਕਰਦੇ। ਅਤੇ ਅੱਜ ਦੇ ਸਮੇਂ ਵਿੱਚ ਵੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅੰਤਮ ਸਮੇਂ ਜਦੋਂ ਸਰੀਰਕ ਰੂਪ 'ਚ ਉਹਨਾਂ ਨੇ ਸਾਡੇ ਤੋਂ ਵਿਦਾਇਗੀ ਲਈ ਹੈ, ਉਸ ਵੇਲੇ ਤਾਂ ਉਹਨਾਂ ਦਾ ਬਚਨ ਹੈ ਕਿ ਅੱਜ ਤੋਂ ਬਾਅਦ ਸਾਡੀ ਆਤਮਾ ਗ੍ਰੰਥ ਵਿੱਚ ਅਤੇ ਪ੍ਰਾਣ ਸਾਡੇ ਪੰਥ ਵਿੱਚ ਹੋਣਗੇ। ਅਤੇ ਅੱਜ ਜਿਹੜਾ ਪੰਥ ਹੈ ਇਕੱਠਾ ਹੋ ਕੇ, ਉਹ ਗੁਰੂ ਦਾ ਰੂਪ ਹੈ। ਅੱਜ ਪੰਥ ਸੋਚੇ ਕਿ ਅਸੀਂ ਨਿਰੰਕਾਰੀਆਂ ਨਾਲ ਸਾਂਝ ਰੱਖਣੀ ਹੈ ਕਿ ਨਹੀਂ ਰੱਖਣੀ, ਅਸੀਂ ਡੇਰਾ ਸੱਚਾ ਸੌਦਾ ਨਾਲ ਰੱਖਣੀ ਹੈ ਕਿ ਨਹੀਂ ਰੱਖਣੀ, ਅਸੀਂ ਇਹਨਾਂ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਚਲਾਉਣਾ ਹੈ ਕਿ ਨਹੀਂ ਚਲਾਉਣਾ। ਲੇਕਿਨ ਉਹ ਜਿਹੜਾ ਸੰਘਰਸ਼ ਹੈ, ਜਦੋਂ ਪੰਥ ਦੀ ਆਵਾਜ਼ ਹੋਏਗੀ, ਪੰਥ ਕਹੇਗਾ, ਜਥੇਦਾਰ ਸਿਰਫ ਉੱਥੋਂ ਅਨਾਊਂਸਮੈਂਟ ਕਰੇ ਕਿ ਆਹ ਪੰਥ ਦਾ ਫੈਸਲਾ ਹੈ, ਅਤੇ ਫਿਰ ਉਹਨੂੰ ਜਥੇਦਾਰ ਦੇਖੇ, ਜੇ ਕੋਈ ਆਗਿਆ ਕਰਦਾ, ਆਖੇ ਨਹੀਂ ਲੱਗਦਾ, ਤਾਂ ਜਥੇਦਾਰ ਉਹਨੂੰ ਕਹਿ ਸਕਦਾ ਕਿ ਭਾਈ ਤੈਨੂੰ ਇਹ ਹੁਕਮ ਮੰਨਣਾ ਚਾਹੀਦਾ ਹੈ, ਪੰਥ ਦਾ ਹੁਕਮ ਹੈ, ਨਾ ਕਿ ਜਥੇਦਾਰ ਦਾ ਹੁਕਮ ਹੈ। ਇਸ ਕਰਕੇ ਅਸੀਂ ਬੇਲੋੜੀ ਅਹਿਮੀਅਤ, ਬੇਲੋੜੇ ਅਧਿਕਾਰ ਜਿਹੜੇ ਆਪਣੇ ਆਪ ਹਰ ਗੱਲ 'ਤੇ ਜਥੇਦਾਰਾਂ ਨੂੰ ਦੇਈ ਜਾਂਦੇ ਹਾਂ। ਆਪਣੇ ਜਿਹਨੂੰ ਪੰਜਾਬੀ 'ਚ ਕਹਿ ਲਈਏ ਬੜੀ ਠੇਠ ਭਾਸ਼ਾ 'ਚ, ਕਿ ਆਪਣੇ ਜੁੰਡੇ ਉਹਨਾਂ ਦੇ ਹੱਥ ਆਪੇ ਫੜਾ ਦਿੰਦੇ ਕਿ ਤੁਸੀਂ ਕਰੋ ਜੀ, ਫਿਰ ਉਹ ਜਿਹੋ ਜਿਹਾ ਉਹਨਾਂ ਨੇ ਕਰਨਾ ਉਹੋ ਜਿਹਾ ਹੀ ਕਰਨਾ। ਔਰ ਉਹਦਾ ਇੱਕ ਇਤਿਹਾਸਕ ਪੱਖ ਹੋਰ ਵੀ ਹੈ ਕਿ ਜੇ ਆਪਾਂ ਜਥੇਦਾਰ ਗੁਰਬਚਨ ਸਿੰਘ ਦੀ ਗੱਲ ਕਰਦੇ ਹਾਂ, ਇੱਥੇ ਬੈਠਾ ਬੰਦਾ, ਇਸ ਸਥਾਨ 'ਤੇ, ਸੰਸਥਾ 'ਤੇ ਕੋਈ ਸ਼ੰਕਾ ਸਿੱਖ ਨੂੰ ਨਹੀਂ ਹੋਣੀ ਚਾਹੀਦੀ, ਕਿਉਂਕਿ 6ਵੇਂ ਪਾਤਸ਼ਾਹ ਨੇ ਆਪ ਆਪਣੇ ਹੱਥੀਂ ਮੀਰੀ ਪੀਰੀ ਦਾ ਸਥਾਨ ਇਹ ਬਣਾਇਆ। ਔਰ ਧਰਮੀ ਰਾਜਨੀਤੀ ਦੀ ਇੱਥੋਂ ਗੱਲ ਕੀਤੀ ਹੈ, ਜ਼ੁਲਮ ਖਿਲਾਫ ਲੜਨ ਦੀ ਗੱਲ ਕੀਤੀ ਹੈ, ਨਿਆਂ ਦੀ ਗੱਲ ਕੀਤੀ ਹੈ। ਇਹ ਸਤਿਗੁਰ ਸੱਚੇ ਪਾਤਸ਼ਾਹ ਦਾ ਸਥਾਨ ਹੈ। ਲੇਕਿਨ ਉਸ ਸਥਾਨ 'ਤੇ ਬੈਠਾ ਸੇਵਾਦਾਰ ਕਦੇ ਵੀ ਬਦਲ ਸਕਦਾ। ਇਹਦੇ ਵਿੱਚ ਕੀ ਹੈ? ਕਿਉਂਕਿ ਅਸੀਂ ਦੇਖਿਆ ਪਿੱਛੇ ਅਰੂੜ ਸਿੰਘ ਜਨਰਲ ਡਾਇਰ ਨੂੰ ਸਰੂਪਾ ਦੇਈ ਜਾਂਦਾ, ਉਹਨੂੰ ਇਹ ਵੀ ਕਹੀ ਜਾਂਦਾ ਵੀ ਤੇਰੀ ਸਿਗਰਟ ਪੀਣੀ ਵੀ ਮਨਜ਼ੂਰ ਹੈ, ਤੇਰਾ ਨੰਗੇ ਸਿਰ ਰਹਿਣਾ ਵੀ ਮਨਜ਼ੂਰ ਹੈ, ਤੇਰੇ ਜਿਹੜੇ ਤੂੰ ਜਲਿਆਂਵਾਲੇ ਬਾਗ ਦੇ ਵਿੱਚ ਸ਼ਹੀਦ ਕੀਤੇ ਨੇ ਭਾਰਤੀ ਲੋਕ, ਉਹ ਵੀ ਮਨਜ਼ੂਰ ਨੇ, ਲੇਕਿਨ ਤੂੰ ਬੜਾ ਵਧੀਆ ਬੰਦਾ। ਉੱਥੇ ਬੈਠਾ ਇੱਕ ਜਥੇਦਾਰ ਮਣੀ ਸਿੰਘ ਸਰਬਰਾਹ ਉਸੇ ਅਕਾਲ ਤਖਤ ਦਾ, ਉਹ ਕਹਿ ਰਿਹਾ ਪ੍ਰੋਫੈਸਰ ਗੁਰਮੁਖ ਸਿੰਘ ਵਰਗਿਆਂ ਨੂੰ, ਉਹਨਾਂ ਮਹਾਨ ਪੰਥਕ ਸ਼ਖਸੀਅਤਾਂ ਨੂੰ, ਕਿ ਤੁਸੀਂ ਜਿਹੜਾ ਇਹਦੇ ਸਨਾਤਨੀ ਮਰਜ਼ਾਦਾ ਅਨੁਸਾਰ ਆਪਣੀ ਮਰਜ਼ਾਦਾ ਨਹੀਂ ਚਲਾਉਂਦੇ, ਤੁਹਾਨੂੰ ਪੰਥ 'ਚੋਂ ਛੇਕਿਆ ਜਾ ਰਿਹਾ। ਸੋ ਉੱਥੇ ਬੈਠਾ ਹੀ ਜਥੇਦਾਰ ਅੱਜ ਗੁਰਬਚਨ ਸਿੰਘ ਇੱਕ ਉਸ ਆਦਮੀ ਨੂੰ ਜਿਹੜਾ RSS ਨਾਲ ਰਲ ਕੇ, BJP ਨਾਲ ਰਲ ਕੇ ਸਿੱਖ ਕੌਮ ਦਾ ਸਤਿਆਨਾਸ਼ ਕਰਨ 'ਤੇ ਦਿਨੇ ਰਾਤ ਤੁਲਿਆ ਹੋਇਆ, ਜਿਹਨੇ ਅਕਾਲੀ ਪਾਰਟੀ ਨੂੰ, ਸਿੱਖਾਂ ਦੀ ਸ਼ਹੀਦਾਂ ਦੀ ਜਥੇਬੰਦੀ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ, ਜਿਹਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਲੱਖਾਂ ਕਰੋੜਾਂ ਰੁਪਏ ਦੀ ਸ਼ਰਾਬ ਵੰਡ ਕੇ ਹਰ ਹੀਲੇ ਉੱਥੇ ਕਬਜ਼ਾ ਕਰ ਲਿਆ। ਅੱਜ ਗੁਰੂ ਦੀ ਗੋਲਕ ਲੁੱਟੀ ਜਾ ਰਹੀ ਹੈ, ਗੁਰੂ ਘਰ ਦੀਆਂ ਜਾਇਦਾਦਾਂ, ਜ਼ਮੀਨਾਂ ਉਹ ਆਪਣੇ ਨਿੱਜੀ ਸਿਆਸਤ ਲਈ ਵਰਤੀਆਂ ਜਾ ਰਹੀਆਂ। ਔਰ ਅਕਾਲ ਤਖਤ ਸਮੇਤ ਸਾਰੇ ਤਖਤਾਂ ਦਾ ਇਸਤੇਮਾਲ ਆਪਣੀ ਉਸੇ ਤਰੀਕੇ ਨਾਲ ਜਿਵੇਂ ਕਦੇ ਔਰੰਗਜ਼ੇਬ ਦੇ ਰਾਜ ਵਿੱਚ ਕਾਜ਼ੀਆਂ ਨੂੰ ਵਰਤਿਆ ਜਾ ਰਿਹਾ ਸੀ, ਅੱਜ ਉਵੇਂ ਸਾਡੇ ਜਥੇਦਾਰ ਵਰਤੇ ਜਾ ਰਹੇ ਨੇ। ਉਸ ਆਦਮੀ ਨੂੰ ਜਥੇਦਾਰ ਗੁਰਬਚਨ ਸਿੰਘ ਹੋਰੀ ਅੱਜ ਖਿਤਾਬ ਦੇਈ ਜਾ ਰਹੇ ਨੇ ਕਿ ਇਹ ਫਖਰੇ ਕੌਮ ਹੈ। ਸੋ ਇਸ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ। ਸਾਰਾ ਜੋ ਵੀ ਵਿਨਾਸ਼ ਸਿੱਖਾਂ ਦਾ, ਜੋ ਵੀ ਧਰਾਤਲ ਵੱਲ ਅੱਜ ਸਿੱਖੀ ਜਾ ਰਹੀ ਹੈ, ਮੁੱਖ ਤੌਰ 'ਤੇ ਅਕਾਲ ਤਖਤ ਦੇ ਜਥੇਦਾਰ ਦੀ ਜ਼ਿੰਮੇਵਾਰੀ ਇਹਦੇ ਵਿੱਚ। ਅਤੇ ਮੈਨੂੰ ਤਾਂ ਕੋਈ ਸ਼ੰਕਾ ਨਹੀਂ ਅੱਜ ਵੀ ਕਿ ਇਹ ਜਥੇਦਾਰ ਕਦੇ ਸਾਡਾ ਬੇੜਾ ਬੰਨੇ ਨਹੀਂ ਲਾ ਸਕਦੇ। ਜੀ ਤੁਹਾਡੀਆਂ ਗੱਲਾਂ ਦੇ ਵਿੱਚੋਂ ਇੱਕ ਗੱਲ ਵੀ ਹੋਰ ਉੱਭਰ ਕੇ ਸਾਹਮਣੇ ਆਈ ਹੈ। ਤੁਸੀਂ ਗੱਲ ਕਹੀ ਹੈ ਕਿ ਕੌਮ ਸੋਚੇ ਕਿ ਉਹਨਾਂ ਨੇ ਰਾਧਾ ਸੁਆਮੀਆਂ ਨਾਲ ਜਾਂ ਸੱਚੇ ਸੌਦੇ ਵਾਲਿਆਂ ਨਾਲ ਜਾਂ ਕਿਸੇ ਵੀ ਹੋਰ ਇਹੋ ਜਿਹੀਆਂ ਸੰਸਥਾਵਾਂ ਜਿਨ੍ਹਾਂ ਨੂੰ ਪੰਥ ਵਿੱਚੋਂ ਛੇਕਿਆ ਗਿਆ ਹੈ, ਬਲਕਿ ਗੁਰੂ ਸਾਹਿਬ ਦੇ ਸਮੇਂ ਵਿੱਚ ਹੀ ਧੀਰ ਮੱਲੀਆਂ ਨੂੰ ਅਤੇ ਰਾਮ ਰਈਆ ਨੂੰ ਪੰਥ 'ਚੋਂ ਛੇਕਿਆ ਗਿਆ। ਔਰ ਇਸੇ ਹੀ ਜਥੇਦਾਰ ਸਾਹਿਬਾਨ ਨੇ ਪਿਛਲੇ ਦਿਨਾਂ ਦੇ ਵਿੱਚ ਹੁਕਮਨਾਮਾ ਜਾਰੀ ਕੀਤਾ ਸੀ ਟੁੱਟੀ ਗੰਢਣ ਵਾਲਾ, ਕਿ ਜੇ ਕੋਈ ਟੁੱਟੀ ਗੰਢਣਾ ਚਾਹੇ ਅਤੇ ਵਾਪਸ ਆ ਕੇ ਪੰਥ ਵਿੱਚ ਸ਼ਾਮਲ ਹੋਣਾ ਚਾਹੇ, ਉਹ ਹੋ ਸਕਦਾ ਹੈ। ਮੈਨੂੰ ਤੁਸੀਂ ਇਹ ਦੱਸੋ ਕਿ ਜਿਸ ਨੂੰ ਗੁਰੂ ਨੇ ਪੰਥ ਵਿੱਚੋਂ ਛੇਕ ਦਿੱਤਾ ਹੋਏ, ਕਿ ਅੱਜ ਦਾ ਕੋਈ ਜਥੇਦਾਰ ਇਹ ਹੱਕ ਰੱਖਦਾ ਹੈ ਕਿ ਉਸ ਨੂੰ ਟੁੱਟੀ ਗੰਢਣ ਦੇ ਨਾਮ ਥੱਲੇ ਪੰਥ ਵਿੱਚ ਦੁਬਾਰਾ ਸ਼ਾਮਲ ਕਰ ਲਏ? ਪਹਿਲੀ ਗੱਲ ਤਾਂ ਇਹ ਹੈ ਕਿ ਜਿੰਨੇ ਵੀ ਫੈਸਲੇ ਅਕਾਲ ਤਖਤ ਸਾਹਿਬ ਤੋਂ ਹੋ ਰਹੇ ਨੇ, ਉਹ ਪੰਥਕ ਜੁਗਤ 'ਚ ਹੀ ਨਹੀਂ ਹੈਗੇ, ਨਾ ਉੱਥੇ ਪੰਥਕ ਜੁਗਤੀ ਜਿਹੜੀ ਅਮਲ ਵਿੱਚ ਲਿਆਂਦੀ ਜਾਂਦੀ ਹੈ। ਫੈਸਲੇ ਸਾਰੇ ਰਾਜਨੀਤਿਕ ਨੇ
ਫੈਸਲੇ ਸਾਰੇ ਨਾਗਪੁਰ ਤੋਂ ਆਉਂਦੇ ਨੇ, ਵਾਇਆ ਮੁੱਖ ਮੰਤਰੀ ਦਫ਼ਤਰ ਪੰਜਾਬ ਦੇ ਆਉਂਦੇ ਨੇ। ਉਹ ਫੈਸਲੇ ਸਿਰਫ ਜਥੇਦਾਰ ਦੀ ਲੈਟਰ ਪੈਡ 'ਤੇ ਲਿਖੇ ਜਾਂਦੇ ਨੇ। ਸੋ ਇਸ ਕਰਕੇ ਇਹਨਾਂ ਹੁਕਮਨਾਮਿਆਂ ਦੀ, ਜਥੇਦਾਰਾਂ ਦੇ ਕਈਆਂ ਗੱਲਾਂ ਦੀ ਕੋਈ ਅਹਿਮੀਅਤ ਮੇਰੇ ਸਾਹਮਣੇ ਤਾਂ ਹੈ ਨਹੀਂ ਘੱਟੋ ਘੱਟ। ਕੀ ਤੁਸੀਂ ਸਮਝਦੇ ਹੋ ਇਹੀ ਕਾਰਨ ਹੈ ਕਿ ਹਰ ਥਾਂ 'ਤੇ ਹਰ ਜਗ੍ਹਾ 'ਤੇ ਉੱਪਰ ਜਥੇਦਾਰਾਂ ਦੇ ਇਹਨਾਂ ਹੁਕਮਨਾਮਿਆਂ ਦਾ ਵਿਰੋਧ ਹੋ ਰਿਹਾ? ਮਸਲਨ ਆ 2-3 ਦਿਨ ਪਹਿਲੇ ਹੀ ਜੰਮੂ ਕਸ਼ਮੀਰ ਦੇ ਕੁਝ ਸਿੱਖਾਂ ਨੇ ਲੈਟਰ ਪੈਡ ਦੇ ਉੱਪਰ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਇੱਕ ਗੁਰਮਤਾ ਲਿਖ ਕੇ ਭੇਜਿਆ ਅਤੇ ਜਥੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਵੀ ਉਹ ਕੋਈ ਕੰਮ ਕਰਨ ਅਤੇ ਉਹ ਬਾਹਰ ਦੇ ਸਿੰਘਾਂ, ਪੰਜਾਬ ਤੋਂ ਬਾਹਰ ਦੇ ਸਿੰਘਾਂ ਦੀ ਵੀ ਰਾਏਸ਼ੁਮਾਰੀ ਲੈਂਦੇ ਰਹਿਣ, ਉਸ ਤੋਂ ਬਾਅਦ ਹੀ ਕਰਨ। ਇਸੇ ਤਰੀਕੇ ਨਾਲ ਰਾਜਸਥਾਨ ਦੇ ਵਿੱਚ ਰਾਜਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਡਿਬਡਿਬਾ ਨੇ ਵੀ ਇਹੋ ਇਲਜ਼ਾਮ ਲਗਾਇਆ ਕਿ ਜਥੇਦਾਰ ਪੱਖਪਾਤੀ ਰੋਲ ਕਰ ਰਹੇ ਨੇ, ਸਿਰ ਰਾਜਨੀਤਿਕ ਖੇਡ ਖੇਡ ਰਹੇ ਨੇ। ਔਰ ਜਦੋਂ ਉਹ ਖੇਡ ਰਹੇ ਨੇ, ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਹਨਾਂ ਨੂੰ ਅਕਾਲ ਤਖਤ ਨਾਲ ਮੱਥਾ ਨਾ ਲਾਉਣ ਦਾ ਇੱਕ ਸੰਦੇਸ਼ ਵੀ ਦੇ ਰਹੇ ਨੇ ਕਿ ਤੁਸੀਂ ਅਕਾਲ ਤਖਤ ਦੇ ਨਾਲ ਮੱਥਾ ਨਾ ਲਾਓ। ਜਦ ਕਿ ਜਥੇਦਾਰ ਇੱਕ ਅਲੱਗ ਚੀਜ਼ ਹੈ, ਅਕਾਲ ਤਖਤ ਇੱਕ ਅਲੱਗ ਚੀਜ਼ ਹੈ, ਲੇਕਿਨ ਆਮ ਸੰਗਤ ਨੂੰ ਅਕਾਲ ਤਖਤ ਦਾ ਨਾਮ ਦੇ ਕੇ ਗੁੰਮਰਾਹ ਕੀਤਾ ਜਾਂਦਾ ਹੈ। ਇਸ ਸੰਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਕਿ ਜਿਹੜਾ ਅਕਾਲ ਤਖਤ ਸਾਹਿਬ ਹੈ, ਇਹਦੇ ਪ੍ਰਤੀ ਸਿੱਖਾਂ ਦੀ ਸ਼ਰਧਾ, ਨਿਸ਼ਠਾ, ਪਿਆਰ, ਸਤਿਕਾਰ ਹਰ ਸਿੱਖ ਦੇ ਮਨ ਵਿੱਚ ਅੰਦਰ ਤੱਕ ਹੋਣਾ ਚਾਹੀਦਾ। ਲੇਕਿਨ ਉੱਥੇ ਬੈਠਾ ਜਿਹੜਾ ਬੰਦਾ ਹੈ, ਜਿਹਨੂੰ ਸੇਵਾ ਸੰਭਾਲ ਦੀ ਡਿਊਟੀ ਜਿਹਦੀ ਹੈ, ਉਹਦੇ ਨਾਲ ਸਾਡਾ ਸਤਿਕਾਰ ਉਨੀ ਦੇਰ ਹੈ ਜਿੰਨਾ ਚਿਰ ਉਹ ਗੁਰੂ ਜੁਗਤ ਵਿੱਚ ਹੈ, ਗੁਰੂ ਮਰਿਆਦਾ ਵਿੱਚ ਹੈ, ਗੁਰੂ ਦੇ ਭੈ ਵਿੱਚ ਹੈ, ਜਿੰਨਾ ਚਿਰ ਉਹਦੇ ਫੈਸਲੇ ਨੇ ਜਿਹੜੇ ਉਹ ਕੌਮ ਪ੍ਰਤੀ ਸਹੀ ਨੇ। ਜਦੋਂ ਕੋਈ ਫੈਸਲੇ ਗਲਤ ਕਰਦਾ, ਜਦੋਂ ਉਹ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਨਹੀਂ, ਉਹ ਕਿਸੇ ਹੋਰ ਵਿਪਰਵਾਦੀ ਵਿਚਾਰਧਾਰਾ ਦੀ ਰੋਸ਼ਨੀ ਵਿੱਚ ਹੈ, ਕਿਸੇ ਸਰਕਾਰ ਦੇ ਦਬਾਅ ਥੱਲੇ ਹੈ, ਉਦੋਂ ਸਾਨੂੰ ਉਹਦੇ ਫੈਸਲਿਆਂ ਨੂੰ ਕੋਈ ਮਾਨਤਾ ਨਹੀਂ ਦੇਣੀ ਚਾਹੀਦੀ। ਔਰ ਮੈਂ ਸਮਝਦਾ ਕਿ ਧਾਰਮਿਕ ਤੌਰ 'ਤੇ ਕੋਈ ਅਵੱਗਿਆ ਨਹੀਂ ਇਹਦੇ ਵਿੱਚ। ਅਸੀਂ ਕੋਈ ਐਸਾ ਨਹੀਂ ਕਰ ਰਹੇ ਕਿਉਂਕਿ ਅਸੀਂ ਡਿਊਟੀ ਨਿਭਾ ਰਹੇ ਹਾਂ। ਜੇ ਸਿੱਖ ਗੁਰੂ ਸਾਹਿਬ ਨੂੰ ਇੱਕ ਤੀਰ ਨਿਵਾਉਣ ਪਿੱਛੇ ਪੀਰ ਦੀ ਕਬਰ ਵੱਲ ਉਹ ਕਹਿ ਸਕਦੇ ਆ ਕਿ ਗੁਰੂ ਸਾਹਿਬ ਇਹ ਕੀ ਕਰ ਰਹੇ ਹੋ, ਅਤੇ ਕੀ ਸਾਨੂੰ ਜਥੇਦਾਰ ਨੂੰ ਕਹਿਣ ਦਾ ਹੱਕ ਨਹੀਂ ਅੱਜ ਕਿ ਸਾਡੀ ਕੌਮ ਨਾਲ ਕੀ ਹੋ ਰਿਹਾ, ਤੁਸੀਂ ਇਹ ਕੀ ਕਰ ਰਹੇ ਹੋ? ਸੋ ਇਸ ਵਾਸਤੇ ਕੋਈ ਅਵੱਗਿਆ ਨਹੀਂ। ਜੋ ਡਿਬਡਿਬਾ ਜੀ ਕਹਿ ਰਿਹਾ, ਜੋ ਜੰਮੂ ਵਾਲੇ ਕਹਿ ਰਹੇ ਆ, ਜੋ ਮੈਂ ਕਹਿ ਰਿਹਾ, ਹੋਰ ਕਹਿ ਰਹੇ ਕਿੰਨੇ, ਇਹ ਸਾਨੂੰ ਕਹਿਣ ਦਾ ਹੱਕ ਬਣਦਾ ਕਿਉਂਕਿ ਗੁਰੂ ਨੇ ਸਾਨੂੰ ਜਾਗਰਤੀ ਦਿੱਤੀ ਹੈ। ਸਾਨੂੰ ਗੁਲਾਮ ਨਹੀਂ ਬਣਾਇਆ ਕਿਸੇ ਦੇ। ਅਸੀਂ ਅਕਾਲ ਪੁਰਖ ਦੇ ਗੁਲਾਮ ਹਾਂ, ਸਿਰਫ ਉਹਦੇ ਅਧੀਨ ਹਾਂ, ਅਸੀਂ ਕਿਸੇ ਦੇ ਅਧੀਨ ਨਹੀਂ। ਗੁਰੂ ਦੀ ਮਰਿਆਦਾ ਦੇ ਵਿੱਚ ਰਹਿੰਦੇ ਹਾਂ। ਲੇਕਿਨ ਜੇ ਕੋਈ ਗੁਰੂ ਦੀ ਮਰਿਆਦਾ ਤੋਂ ਉਲਟ ਗੱਲ ਕਰਦਾ, ਗੁਰੂ ਦੀ ਮਰਿਆਦਾ ਨੂੰ ਤੋੜ ਕੇ ਆਪਾਂ ਐਵੇਂ ਬੇਹੂਦਾ ਗੱਲ ਕਰੀਏ, ਉਹ ਨਿੰਦਣਯੋਗ ਹੈ। ਪਰ ਜੇ ਜਥੇਦਾਰਾਂ ਦੀਆਂ ਕਾਰਵਾਈਆਂ ਜਿਹੜੀਆਂ ਕੌਮ ਦੇ ਹਿੱਤ 'ਚ ਨਹੀਂ, ਇਹਨੂੰ ਵੰਗਾਰਨਾ ਔਰ ਇਹਨਾਂ ਕਾਰਵਾਈਆਂ ਨੂੰ ਰੱਦ ਕਰਨਾ ਇਹਦਾ ਪੂਰਾ ਹੱਕ ਹੈ ਸਾਨੂੰ। ਖਾਲਸਾ ਆਪਣੇ ਤੌਰ 'ਤੇ ਹਰ ਸਿੱਖ ਹੈ ਜਿਹੜਾ ਉਹ ਆਜ਼ਾਦ ਹੈ, ਉਹਦੀ ਸੋਚ ਕਿਸੇ ਦੀ ਗੁਲਾਮ ਨਹੀਂ। ਉਹ ਸਿਰਫ ਗੁਲਾਮ ਹੈ ਤੇ ਗੁਰੂ ਦਾ, ਉਹ ਗੁਲਾਮ ਹੈ ਤੇ ਅਕਾਲ ਪੁਰਖ ਸਾਹਿਬ ਦਾ। ਸਿੱਖ ਸੰਗਤਾਂ ਦੇਖ ਸਕਦੀਆਂ ਨੇ ਕਿ ਕਿਵੇਂ ਸਾਡੀਆਂ ਉੱਚੀਆਂ ਸੰਸਥਾਵਾਂ ਵੱਲੋਂ ਜੋ ਫੈਸਲੇ ਲਏ ਜਾ ਰਹੇ ਨੇ ਉਹ ਪੰਥ ਦੇ ਵਿਰੋਧ ਵਿੱਚ ਹੈ, ਅਤੇ ਉਹਨਾਂ ਦੇ ਲਏ ਗਏ ਇਹਨਾਂ ਫੈਸਲਿਆਂ ਦੇ ਪ੍ਰਤੀ ਸਿੱਖ ਸੰਗਤਾਂ ਦੇ ਵਿੱਚ ਬੜਾ ਹੀ ਜ਼ਿਆਦਾ ਰੋਸ ਹੈ। ਔਰ ਖ਼ਾਸ ਤੌਰ ਦੇ ਉੱਤੇ ਉਦੋਂ ਜਦੋਂ ਇੱਕ ਵੱਡੀ ਲਹਿਰ ਖੜੀ ਹੋ ਗਈ ਹੋਵੇ ਬੰਦੀ ਸਿੰਘਾਂ ਦੀ ਰਿਹਾਈ ਲਈ, ਅਤੇ ਉਦੋਂ ਜਥੇਦਾਰ ਸਾਹਿਬਾਨ ਇੱਕ ਮੁੱਖ ਭੂਮਿਕਾ ਅਦਾ ਕਰਕੇ ਉਸ ਲਹਿਰ ਦਾ ਰੁਖ ਮੋੜ ਦੇਣ ਅਤੇ ਸਿਰਫ ਸਰਕਾਰੀ ਖਾਤੇ ਦੇ ਵਿੱਚ ਉਸ ਨੂੰ ਲੈ ਡਿੱਗਣ, ਅਤੇ ਇਹਦਾ ਸਾਰੀ ਕੌਮ ਨੂੰ ਬਹੁਤ ਜ਼ਿਆਦਾ ਰੋਸ ਹੈ। ਅੱਜ ਸਾਰੇ ਹੀ ਦੇਸ਼ ਵਿਦੇਸ਼ ਵਿੱਚ ਬੈਠੇ ਸਿੱਖ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਸ ਮੀਡੀਆ ਦੇ ਥਰੂ ਪੁੱਛਣਾ ਅਤੇ ਕਹਿਣਾ ਚਾਹੁੰਦੇ ਨੇ ਕਿ ਜਥੇਦਾਰ ਸਾਹਿਬ, ਜਿਹੜਾ ਅਕਾਲ ਤਖਤ ਦੇ ਉੱਪਰ ਖਲੋ ਕੇ ਤੁਸੀਂ ਗੱਲ ਕਹੀ ਸੀ ਕਿ ਇਹ ਬੰਦੀ ਸਿੰਘਾਂ ਦੀ ਜਿਹੜੀ ਪੈਰੋਲ ਹੈ ਇਹ ਪਰਮਾਨੈਂਟ ਰਿਹਾਈ ਵਿੱਚ ਬਦਲੇਗੀ, ਅੱਜ ਉਹ ਕਿੱਥੇ ਹੈ? ਅਤੇ ਅੱਜ ਉੱਥੇ ਕੀਤੀ ਹੋਈ ਤੁਹਾਡੀ ਇਹ ਅਪੀਲ ਗੁਰੂ ਘਰ ਦੇ ਵਿੱਚ ਖਲੋ ਕੇ ਬੋਲੀ ਹੋਈ ਕਿੱਥੇ ਖੜੋਤੀ ਹੈ? ਇਹਦੇ ਵਿੱਚ ਇੱਕ ਗੱਲ ਮੈਂ ਹੋਰ ਮੈਂਸ਼ਨ ਕਰਨੀ ਚਾਹਾਂਗਾ ਕਿ ਅਦਾਰਾ ਪਹਿਰੇਦਾਰ ਸਰਦਾਰ ਜਸਪਾਲ ਸਿੰਘ ਜੀ ਹੇਰਾਂ ਜਿਹੜੇ ਪਹਿਰੇਦਾਰ ਦੇ ਸੰਪਾਦਕ ਨੇ, ਮੈਂ ਸਮਝਦਾ ਕਿ ਬੜੇ ਚਿੰਤਕ, ਬੜੇ ਸੁਹਿਰਦ ਸਿੱਖ ਨੇ। ਉਹਨਾਂ ਨੇ ਕੱਲ੍ਹ ਹੀ ਸਾਨੂੰ ਕਈ ਸੱਜਣਾਂ ਨੂੰ ਫੋਨ ਕਰਕੇ ਕਿਹਾ ਕਿ ਇਸ ਮਸਲੇ 'ਤੇ 22 ਤਰੀਕ ਨੂੰ ਚੁੱਪਚਾਪ ਹੀ ਆਪਣੇ ਸਿੰਘ ਅੰਦਰ ਚਲੇ ਜਾਣਗੇ, ਕੌਮ ਨੂੰ ਕੁਛ ਕਰਨਾ ਚਾਹੀਦਾ। ਸੋ ਉੱਦਮ ਕੀਤਾ ਕਿ 22 ਤਰੀਕ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਡਿਪਟੀ ਕਮਿਸ਼ਨਰ ਦੇ ਨਾਮ, ਮੁੱਖ ਮੰਤਰੀ ਦੇ ਨਾਂ ਲਿਖ ਕੇ ਇੱਕ ਮੈਮੋਰੰਡਮ ਰਾਹੀਂ ਡਿਪਟੀ ਕਮਿਸ਼ਨਰ, ਜਿਹਦੇ ਵਿੱਚ ਇਹ ਚੀਜ਼ ਜਿਹੜੀ ਲਿਖੀ ਜਾਵੇਗੀ ਕਿ ਤੁਸੀਂ ਜਥੇਦਾਰ ਅਕਾਲ ਤਖਤ ਨੂੰ ਭਰੋਸਾ ਦਿੱਤਾ ਸੀ, ਕੌਮ ਨੂੰ ਭਰੋਸਾ ਦਿੱਤਾ ਸੀ ਕਿ ਸਿੰਘ ਅੰਦਰ ਨਹੀਂ ਜਾਣਗੇ, ਉਹਨਾਂ ਨੇ ਮਰਨ ਵਰਤ ਅੜਵਾਇਆ, ਅਤੇ ਇਹ ਤੁਸੀਂ ਆਪਣੇ ਭਰੋਸੇ 'ਤੇ ਪੂਰੇ ਉਤਰੋ। ਇਹ ਵਾਅਦਾ ਖਿਲਾਫੀ ਹੋ ਰਹੀ ਹੈ। ਕੌਮ ਨੇ ਇੱਕ ਮੈਮੋਰੰਡਮ ਦਿੱਤਾ ਜਾਊਗਾ ਔਰ ਨਾਲ ਅਲਟੀਮੇਟਮ ਵੀ ਦਿੱਤਾ ਜਾਊਗਾ ਉਹਦੇ ਵਿੱਚ ਕਿ ਜੇ ਇਹਨਾਂ ਸਿੰਘਾਂ ਦੀ ਪੱਕੀ ਰਿਹਾਈ ਨਾ ਹੋਈ ਤਾਂ ਇਹ ਸੰਘਰਸ਼ ਕਿਤੇ ਗਿਆ ਨਹੀਂ, ਇਹ ਸੰਘਰਸ਼ ਕਿਤੇ ਮਰਿਆ ਨਹੀਂ,
ਨਾ ਸੰਘਰਸ਼ ਕਰਨ ਵਾਲੇ ਕਿਤੇ ਸੁੱਤੇ ਨੇ, ਜਾਗਦੇ ਨੇ ਸਭ। ਇਹ ਸੰਘਰਸ਼ ਫਿਰ ਤੋਂ ਵੱਡੇ ਪੱਧਰ ਤੇ, ਜਿਹੜੀ ਅੱਗੇ ਚੰਗਾੜੀ ਸੀ ਹੁਣ ਭਾਂਬੜ ਬਣ ਕੇ ਵੱਡੇ ਪੱਧਰ ਤੇ ਇਹ ਫਿਰ ਆਰੰਭ ਹੋਵੇਗਾ ਔਰ ਸਿੰਘਾਂ ਦੀ ਰਿਹਾਈ ਦੀ ਇਹ ਮੋਰਚਾ ਦੁਬਾਰਾ ਵੀ ਆਰੰਭ ਹੋ ਸਕਦਾ ਥੋੜ੍ਹੇ ਦਿਨਾਂ ਦੇ ਵਿੱਚ, ਜੇ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਜੇ ਬਣਦੀ ਹੋਈ ਜੋ ਗੱਲ ਹੈ ਉਹ ਨਾ ਕੀਤੀ ਜਾਏ ਅਤੇ ਬਣਦੇ ਹੋਏ ਜੋ ਯੋਗ ਹੱਕ ਕਿਸੇ ਨੂੰ ਨਾ ਦਿੱਤੇ ਜਾਣ ਅਤੇ ਫਿਰ ਉਹ ਇਹੋ ਜਿਹੀਆਂ ਲਹਿਰਾਂ ਦੇ ਵਿੱਚ ਤਬਦੀਲ ਹੋ ਜਾਂਦੇ ਨੇ। ਇਹੋ ਜਿਹੇ ਰੋਸਾਂ ਕਰਕੇ ਹੀ ਕ੍ਰਾਂਤੀਆਂ ਉੱਠਦੀਆਂ ਨੇ ਅਤੇ ਕ੍ਰਾਂਤੀਆਂ ਸਭ ਕੁਛ ਬਦਲ ਦਿੰਦੀਆਂ ਨੇ। ਅਸੀਂ ਆਸ ਕਰਾਂਗੇ ਕਿ ਜਥੇਦਾਰ ਅਕਾਲ ਤਖਤ ਸਾਹਿਬ ਅਤੇ ਪੰਜਾਬ ਸਰਕਾਰ ਇਸ ਪਾਸੇ ਵੱਲ ਧਿਆਨ ਦੇਵੇਗੀ ਅਤੇ ਬੰਦੀ ਸਿੰਘ ਜਿਹੜੇ ਪੈਰੋਲ 'ਤੇ ਰਿਹਾ ਹੋ ਕੇ ਆਏ ਨੇ ਉਹਨਾਂ ਦੀ ਰਿਹਾਈ ਨੂੰ ਪਰਮਾਨੈਂਟ ਬਦਲਣ ਦੇ ਵਿੱਚ ਕੋਈ ਯੋਗ ਉੱਦਮ ਕਰੇਗੀ। ਇਹਨਾਂ ਸ਼ਬਦਾਂ ਦੇ ਨਾਲ ਅਤੇ ਭੁੱਲ ਚੁੱਕ ਲਈ ਮਾਫੀ ਚਾਹੁੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।